ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਾਹੋ ਵੱਡੇ ਧਨਵਾਨਨ ਕੀ ਦੁਹਿਤਾ ਰੂਪ ਦੂ। ਇਹ ਸਿੱਖ ਤੁਮਾਰੇ ਸੰਤਤ ਚਾਹਤ ਹੈ ਸਭ ਹੀ ਪਖ। ਨਹਿਰ ਸਾਸੁਰ ਜੋ ਪਰਵਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਇਹ ਉਹ ਕੀਰਤਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਨੇ ਭਾਈ ਮਰਦਾਨਾ ਜੀਆਂ ਦੇ ਹੱਥਾਂ ਵਿੱਚ ਰਬਾਬ ਫੜਾ ਕੇ ਆਪ ਗਾਇਨ ਕੀਤਾ। ਅਤੇ ਉਹ ਕੀਰਤਨ ਦੀ ਦਾਤ ਜਿਹੜੀ ਹੈ ਉਹ ਸਾਡੀ ਝੋਲੀ ਵਿੱਚ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਵੱਡੇ ਭਾਗ ਹੋਏ ਨੇ ਜੋ ਆਪਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੋਬਿੰਦ ਰਾਏ ਜੀ, ਇਹਨਾਂ ਦੇ ਜਨਮ ਦੀ ਕਥਾ, ਅਵਤਾਰ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਗੋਬਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਭਾਗ ਲਾ ਰਹੇ ਸੰਗਤਾਂ ਨੂੰ ਦਰਸ਼ਨ ਦੇ ਕੇ ਕਹਿਣ ਲੱਗੇ, ਸ਼ਾਹੂਕਾਰਾਂ ਦੀਆਂ ਕੁਝ ਇਸਤਰੀਆਂ ਇਕੱਠੀਆਂ ਹੋ ਕੇ ਮਾਤਾ ਗੁਜਰੀ ਜੀਆਂ ਦੇ ਕੋਲ ਆ ਕੇ ਬੈਠੀਆਂ। ਗੋਬਿੰਦ ਰਾਏ ਜੀਆਂ ਨੂੰ ਬੇਨਤੀ ਕੀਤੀ ਹੈ ਕਿ ਮਹਾਰਾਜ ਜੀ, ਆ ਜੋ ਬਜ਼ੁਰਗ ਮਾਤਾ ਆਈ ਹੈ ਆਪਣੀ ਨੂੰਹ ਨੂੰ ਨਾਲ ਲੈ ਕੇ ਇਹਦੇ ਘਰ ਵਿੱਚ ਪੁੱਤਰ ਦੀ ਦਾਤ ਬਖਸ਼ੋ ਤਾਂ ਕਿ ਬਜ਼ੁਰਗ ਮਾਤਾ ਨੂੰ ਪੋਤਰਾ ਪ੍ਰਾਪਤ ਹੋਵੇ। ਸਤਿਗੁਰੂ ਉਹਨਾਂ ਦੀ ਗੱਲ ਸੁਣ ਕੇ ਅਤੇ ਆਪਣੇ ਹਾਣੀਆਂ ਦੇ ਨਾਲ, ਸਾਥੀਆਂ ਦੇ ਨਾਲ ਖੇਡਣ ਲੱਗ ਪਏ। ਉਹਨਾਂ ਦੀ ਗੱਲ ਵੱਲ ਬਹੁਤਾ ਗੌਰ ਨਹੀਂ ਕੀਤਾ, ਬਹੁਤਾ ਧਿਆਨ ਨਹੀਂ ਦਿੱਤਾ। ਇਹ ਪ੍ਰਸੰਗ ਆਪਾਂ ਪਿੱਛੇ ਸਰਵਣ ਕੀਤਾ ਹੈ। ਅੱਗੇ ਮਹਾਰਾਜ ਕੀ ਕੌਤਕ ਵਰਤਾਉਣਗੇ ਅੱਜ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਹੋ ਵੱਡੇ ਧਨਵਾਨਨ ਕੀ ਦੁਹਿਤਾ ਰੂਪ ਬਧੂ। ਇਹ ਸਿੱਖ ਤੁਮਾਰੇ। ਉਸ ਵੇਲੇ ਮਾਤਾ ਸਾਹਿਬ, ਮਾਤਾ ਗੁਜਰੀ ਜੀ ਜਦੋਂ ਬਚਨ ਕੀਤੇ ਨਾ ਕਿ ਮਹਾਰਾਜ ਕਿਰਪਾ ਕਰੋ, ਅਤੇ ਉਸ ਵੇਲੇ ਮਾਤਾ ਜੀ ਨੇ ਆਖਿਆ, ਕਹਿਣ ਲੱਗੇ ਜੀ ਇਹ ਜਿੰਨੇ ਧਨਵਾਨ ਸੇਠ ਨੇ ਨਾ ਇੱਥੇ ਪਟਨਾ ਸਾਹਿਬ ਦੇ ਵਿੱਚ, ਮਹਾਰਾਜ ਇਹ ਤੁਹਾਡੇ ਸਾਰੇ ਸਿੱਖ ਨੇ ਔਰ ਇਹ ਉਹਨਾਂ ਸਿੱਖਾਂ ਦੀਆਂ ਇਸਤਰੀਆਂ ਨੇ, ਘਰ ਵਾਲੀਆਂ ਨੇ, ਇਹ ਉਹਨਾਂ ਦੀਆਂ ਵਹੁਟੀਆਂ ਨੇ ਜੋ ਤੁਹਾਡੇ ਕੋਲ ਚੱਲ ਕੇ ਆਈਆਂ ਹਨ। ਸੰਤਤ ਚਾਹਤ ਹੈ ਸਭ ਹੀ ਪਖ। ਨਹਿਰ ਸਾਹੁਰ ਸਾਸੁਰ ਜੋ ਪਰਵਾਰੇ। ਸਤਿਗੁਰੂ ਪਾਤਸ਼ਾਹ ਜੀਓ, ਜਦੋਂ ਲੜਕੀ ਦਾ ਵਿਆਹ ਹੋ ਜਾਂਦਾ, ਸਹੁਰੇ ਘਰ ਚਲੇ ਜਾਂਦੀ ਹੈ, ਅਤੇ ਫਿਰ ਉਹਦਾ ਸਹੁਰਾ ਪਰਿਵਾਰ ਵੀ ਇਹ ਚਾਹੁੰਦਾ ਹੈ ਵੀ ਸਾਨੂੰ ਇਹ ਪੋਤਰੇ ਦੀ ਦਾਤ ਦੇਵੇ, ਇਹਦੇ ਵਿੱਚੋਂ ਸਾਨੂੰ ਸੰਤਾਨ ਪੈਦਾ ਹੋਵੇ। ਅਤੇ ਉਸ ਲੜਕੀ ਦੇ ਫਿਰ ਪੇਕੇ ਪਰਿਵਾਰ ਵੀ ਚਾਹੁੰਦੇ ਨੇ ਵੀ ਸਾਨੂੰ ਦੋਹਤਰੇ ਦੀ ਪ੍ਰਾਪਤੀ ਹੋਵੇ, ਸਾਡੀ ਲੜਕੀ ਨੂੰ ਅੱਗੇ ਸੰਤਾਨ ਪ੍ਰਾਪਤ ਹੋਵੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਭਾਵੇਂ ਸਹੁਰਾ ਘਰ ਹੈ ਭਾਵੇਂ ਪੇਕਾ ਘਰ ਹੈ, ਮਾਣ ਸਨਮਾਨ ਔਲਾਦ ਨਾਲ ਪ੍ਰਾਪਤ ਹੁੰਦਾ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਗੋਰੀ ਸੇਤੀ ਟੁੱਟੈ ਪਟਾਰ ਅਤੇ ਪੁੱਤੀ ਗੰਢ ਪਵੈ ਸੰਸਾਰ। ਮੀਆਂ ਬੀਵੀ ਦਾ ਝਗੜਾ ਹੋ ਜਾਵੇ ਨਾ, ਟੁੱਟ ਜਾਵੇ, ਆਪਸ ਵਿੱਚ ਰਿਸ਼ਤਾ ਖਤਮ ਹੋਣ ਦੇ ਕਿਨਾਰੇ ਆ ਜਾਵੇ, ਅਤੇ ਜੇ ਟੁੱਟਦੇ ਰਿਸ਼ਤੇ ਦੇ ਵਿੱਚ ਕਿਤੇ ਬੱਚਾ ਪੈਦਾ ਹੋ ਜਾਵੇ, ਸੰਤਾਨ ਮਿਲ ਜਾਵੇ, ਪੁੱਤਰ ਮਿਲ ਜਾਵੇ, ਅਤੇ ਉਹ ਪੈਦਾ ਹੋਈ ਸੰਤਾਨ ਜਿਹੜੀ ਹੈ ਨਾ ਮੀਆਂ ਬੀਵੀ ਦੇ ਵਿੱਚ ਫਿਰ ਗੰਢ ਪਾ ਦਿੰਦੀ ਹੈ, ਫਿਰ ਰਿਸ਼ਤੇਦਾਰੀ ਬਣਾ ਦਿੰਦੀ ਹੈ। ਗੋਰੀ ਸੇਤੀ ਟੁੱਟੈ ਪਤਾਰ। ਇਸਤਰੀ ਦਾ ਮਰਦ ਦਾ ਝਗੜਾ ਹੋ ਗਿਆ, ਰਿਸ਼ਤਾ ਟੁੱਟਣ ਵਾਲਾ ਹੀ ਹੈ, ਟੁੱਟ ਹੀ ਗਿਆ, ਮੰਨ ਲਓ ਵੱਖੋ ਵੱਖਰੇ ਹੋ ਕੇ ਬੈਠ ਗਏ, ਤਲਾਕ ਹੋ ਜਾਏਗਾ। ਪਰ ਜੇ ਕਹਿੰਦੇ ਉਸ ਵੇਲੇ ਸੰਤਾਨ ਦੀ ਪ੍ਰਾਪਤੀ ਹੋ ਜਾਵੇ ਨਾ, ਅਤੇ ਟੁੱਟਿਆ ਹੋਇਆ ਰਿਸ਼ਤਾ ਬੱਚੇ ਦੇ ਮੂੰਹ ਦੇ ਵਿੱਚ ਫਿਰ ਜੁੜ ਜਾਂਦਾ ਹੈ। ਛੱਡੇ ਛਡਾਏ ਘਰ ਫਿਰ ਅਪਣਾਏ ਜਾਂਦੇ ਨੇ। ਅਤੇ ਜਾਂ ਸੰਤਾਨ ਘਰ ਦੇ ਵਿੱਚ ਬੱਚਾ ਹੋਵੇ, ਅਤੇ ਕਈ ਵਾਰੀ ਝਗੜਾ ਵੀ ਚੱਲਦਾ ਰਹੇ ਮੀਆਂ ਬੀਬੀ ਦੇ ਵਿੱਚ, ਅਤੇ ਬੱਚੇ ਕਰਕੇ ਫਿਰ ਵੀ ਉਹ ਇਕੱਠੇ ਰਹਿੰਦੇ ਵੀ ਬੱਚਿਆਂ ਦਾ ਕੀ ਬਣੇਗਾ ਜੇ ਅਸੀਂ ਵੱਖੋ ਵੱਖਰੇ ਹੋ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਟੁੱਟ ਗਿਆ ਰਿਸ਼ਤਾ, ਪਰ ਪੁੱਤੀ ਗੰਢ ਪਵੈ ਸੰਸਾਰ, ਪੁੱਤਰਾਂ ਦੇ ਨਾਲ ਬੱਚਿਆਂ ਦੇ ਨਾਲ ਆਪਸ ਵਿੱਚ ਰਿਸ਼ਤਾ ਫਿਰ ਜੁੜ ਜਾਂਦਾ, ਗੰਢ ਪੈ ਜਾਂਦੀ।
ਇੱਥੇ ਮਾਤਾ ਜੀ ਬਚਨ ਕਰ ਰਹੇ, ਕਹਿਣ ਲੱਗੇ ਪਾਤਸ਼ਾਹ ਜੋ ਤੁਹਾਡੇ ਅਮੀਰ ਸਿੱਖ ਨੇ ਨਾ, ਇਹ ਉਹਨਾਂ ਦੀਆਂ ਇਸਤਰੀਆਂ ਆਈਆਂ ਨੇ, ਬੀਬੀਆਂ ਆਈਆਂ ਚੱਲ ਕੇ, ਤੇ ਬਚਨ ਇਹ ਹੈ ਵੀ ਭਾਵੇਂ ਸਹੁਰਾ ਘਰ ਹੈ ਭਾਵੇਂ ਪੇਕਾ ਘਰ ਹੈ, ਮਾਣ ਸਨਮਾਨ ਤੇ ਬੱਚਿਆਂ ਦੇ ਨਾਲ ਹੀ ਹੁੰਦਾ। ਸਹੁਰੇ ਵੀ ਚਾਹੁੰਦੇ ਨੇ ਵੀ ਇਹਦੇ ਵਿੱਚੋਂ ਸਾਨੂੰ ਸੰਤਾਨ ਮਿਲੇ, ਤੇ ਪੇਕੇ ਵੀ ਚਾਹੁੰਦੇ ਨੇ ਵੀ ਸਾਡੀ ਧੀ ਦੇ ਘਰ ਅੱਗੇ ਸੰਤਾਨ ਪੈਦਾ ਹੋਵੇ। ਇਹ ਮਹਾਰਾਜ ਸਾਰੇ ਚਾਹੁੰਦੇ ਹਨ। आपके पास कराएं अरदास नहीं अब आन रहे उपचारे। ਇਸ ਕਰਕੇ ਇਹ ਤੁਹਾਡੇ ਕੋਲ ਆ ਕੇ ਬੇਨਤੀ ਕਰਦੀਆਂ ਪਈਆਂ, ਕਿਉਂਕਿ ਇਹਨਾਂ ਨੇ ਉਪਚਾਰ ਤੇ ਕੀਤੇ ਨੇ, ਯਤਨ ਤੇ ਇਹਨਾਂ ਨੇ ਕੀਤੇ ਨੇ, ਵੈਦ ਹਕੀਮ ਕੋਲ ਵੀ ਗਈਆਂ ਹੋਣਗੀਆਂ, ਦਵਾਈ ਵੀ ਖਾਧੀ ਹੋਵੇਗੀ, ਜੋ ਮੰਤਰ ਇਹਨਾਂ ਨੇ ਪੜ੍ਹਨੇ ਸਨ, ਜੋ ਯਤਨ ਨੇ ਸੰਤਾਨ ਪੈਦਾ ਕਰਨ ਵਾਸਤੇ, ਬੱਚਾ ਲੈਣ ਵਾਸਤੇ ਹਰੇਕ ਮਾਂ-ਬਾਪ ਕਰਦਾ, ਪਰ ਉਹ ਸਾਰੇ ਇਹਨਾਂ ਨੇ ਯਤਨ ਕਰ ਜ਼ਰੂਰ ਲਏ ਨੇ, ਪਰ ਇਹਨਾਂ ਦਾ ਕੋਈ ਯਤਨ ਸਫਲਾ ਨਹੀਂ ਹੋਇਆ। ਹੁਣ ਅਖੀਰ ਤੇ ਤੁਹਾਡੇ ਕੋਲ ਆਏ ਨੇ, ਸਗਲ ਦਵਾਰ ਕੋ ਛਾੜ ਕੇ, ਸਾਰੇ ਦਰਵਾਜ਼ੇ ਇਹਨਾਂ ਨੇ ਅਪਣਾਏ ਜ਼ਰੂਰ ਨੇ, ਗਏ ਹੋਣਗੇ, ਕਿੱਥੇ ਨਹੀਂ ਜਾਂਦਾ ਮਨੁੱਖ ਜਦੋਂ ਲੋੜ ਪੈਂਦੀ ਹੈ, ਪਰ ਇਸ ਵੇਲੇ ਤੁਹਾਡੇ ਕੋਲ ਆਏ ਨੇ, ਇਸ ਕਰਕੇ ਤੁਸੀਂ ਇਹਨਾਂ ਦੀ ਬਾਂਹ ਫੜੋ। ਇਹ ਮਾਤਾ ਗੁਜਰੀ ਜੀ ਕਹਿ ਰਹੇ ਹਨ। दार्द जे सभी वस्तून के रावर बाक उदार बिदारे। ਸਤਿਗੁਰੂ ਪਾਤਸ਼ਾਹ ਜੀਓ, ਭਾਵੇਂ ਕਿਸੇ ਦੇ ਘਰ ਵਿੱਚ ਦਲਿੱਦਰ ਕਿਉਂ ਨਾ ਪਿਆ ਹੋਵੇ, ਦਲਿੱਦਰ ਪੈ ਜਾਵੇ ਤੇ ਪਦਾਰਥ ਨਸ ਜਾਂਦੇ ਨੇ, ਘੜਿਆਂ ਵਿੱਚ ਪਾਣੀ ਖਤਮ ਹੋ ਜਾਂਦਾ, ਡਰਮਾਂ ਵਿੱਚ ਦਾਣੇ ਖਤਮ ਹੋ ਜਾਂਦੇ, ਰਸੋਈਆਂ ਦੇ ਵਿੱਚ ਕਾਲ ਬੋਲ ਜਾਂਦਾ ਹੈ, ਭਰੇ ਭਰਾਏ ਭਾਂਡੇ ਮੁੱਧੇ ਹੋ ਜਾਂਦੇ। ਜੇ ਇਹੋ ਜਿਹਾ ਦਲਿੱਦਰ ਵੀ ਪੈ ਜਾਵੇ ਨਾ, ਇਹੋ ਜਿਹੀ ਬਿਪਤਾ ਦਾ ਸਮਾਂ ਆ ਜਾਵੇ, ਭੁੱਖ ਨੰਗ ਆ ਜਾਵੇ, ਤੇ ਜੇ ਮਹਾਰਾਜ ਤੁਹਾਡੇ ਬਚਨ ਹੋ ਜਾਣ ਨਾ ਉਸ ਵੇਲੇ, ਤੇ ਤੁਸੀਂ ਉਜੜੇ ਹੋਏ ਘਰ, ਗਰੀਬੀ ਦੇ ਵਿੱਚ ਰਹਿੰਦੇ ਘਰਾਂ ਨੂੰ ਵੀ ਆਪ ਜੀ ਬਖਸ਼ਿਸ਼ ਨਾਲ ਭਰ ਦਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਓ ਨਾ ਕੋ ਕਰੈ ਨਾ ਤਿਸ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ। ਰਾਜ ਬਾਣੀ ਦਾ ਬਚਨ ਹੈ ਕਿ ਜਿਹੜਾ ਕੋਈ ਨੰਗਾ ਭੁੱਖਾ ਦਲਿੱਦਰੀ ਗਰੀਬ, ਪਰ ਜੇ ਪਰਮੇਸ਼ਰ ਤੇਰਾ ਨਾਮ ਚੇਤੇ ਆ ਜਾਵੇ ਤੇ ਤੂੰ ਸਭ ਕੁਝ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ। ਬੀਬੀਆਂ ਬੇਨਤੀ ਕਰਦੀਆਂ ਪਈਆਂ, ਮਾਤਾ ਗੁਜਰੀ ਜੀ ਬੇਨਤੀ ਕਰਦੇ ਪਏ ਗੋਬਿੰਦ ਰਾਏ ਜੀਆਂ ਨੂੰ, ਕਹਿਣ ਲੱਗੇ ਮਹਾਰਾਜ ਜਿਨ੍ਹਾਂ ਦੇ ਘਰ ਵਿੱਚ ਦਲਿੱਦਰ ਪੈ ਜਾਂਦਾ ਨਾ, ਵਸਤੂਆਂ ਦਾ ਕਾਲ ਹੀ ਪੈ ਜਾਂਦਾ, ਗਰੀਬੀ ਆ ਜਾਂਦੀ ਹੈ, ਤੇ ਤੁਹਾਡੇ ਬਚਨ ਤੇ ਮਹਾਰਾਜ ਉਹਨਾਂ ਦੇ ਘਰ ਭਰਨ ਵਾਲੇ ਨੇ, ਤੁਹਾਡੀਆਂ ਬਚਨਾਂ ਦੇ ਨਾਲ ਤੇ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ, ਐਸੀਆਂ ਬਖਸ਼ਿਸ਼ਾਂ ਕਰਨ ਵਾਲੇ ਹੋ। यों बहु बार सुनारन ते सुर श्री गुर कीन उच्चारण को। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਬਚਨ ਨਾ ਉਹਨਾਂ ਇਸਤਰੀਆਂ ਤੋਂ, ਵਾਰ-ਵਾਰ ਬੇਨਤੀ ਕਰਦੀਆਂ, ਮਹਾਰਾਜ ਕਰੋ ਕਿਰਪਾ, ਕਰੋ ਕਿਰਪਾ, ਬਚਨ ਕਰ ਦਿਓ, ਪੁੱਤਰ ਦੀ ਦਾਤ ਦੇ ਦਿਓ। ਤੇ ਸੁਣ ਕੇ ਗੋਬਿੰਦ ਰਾਏ ਜੀ ਉਸ ਵੇਲੇ ਫਿਰ ਕਹਿਣ ਲੱਗੇ ਹਨ, वै सुत कहना होत ऐसा हम जाना क्या इन कारण को। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਬੀਬੀਓ ਸਾਨੂੰ ਕੀ ਪਤਾ ਵੀ ਇਹਦੇ ਪੁੱਤਰ ਹੋਣਾ ਕਿ ਨਹੀਂ ਹੋਣਾ, ਅਸੀਂ ਕੀ ਜਾਣਦੇ, ਅਣਜਾਣ ਬਣ ਗਿਆ ਨਾ ਬਿਲਕੁਲ। ਕਹਿੰਦੇ ਹੋਏ ਪੁੱਤਰ ਕਿ ਨਹੀਂ ਹੋਏ, ਅਸੀਂ ਨਹੀਂ ਜਾਣਦੇ ਵੀ ਇਹਦਾ ਕਾਰਨ ਕੀ ਹੈ, ਜਾਂ ਅੱਗੇ ਹੋਵੇਗਾ ਕਿ ਨਹੀਂ ਹੋਵੇਗਾ, ਸਾਨੂੰ ਕੀ ਲੈਣਾ ਦੇਣਾ ਇਸ ਗੱਲ ਦੇ ਨਾਲ, ਨਾ ਹੀ ਅਸੀਂ ਇਹ ਕਾਰਨ ਜਾਣਨਾ ਹੈ। अपने भागन को भुगतै जग जीव अनेक पुकारन को। ਸੰਸਾਰ ਦੇ ਵਿੱਚ ਬੰਦਾ ਆਪਣੇ ਕਰਮਾਂ ਨੂੰ ਭੋਗਦਾ ਹੈ, ਜਿਵੇਂ ਦੇ ਕਰਮ ਤੂੰ ਕਰਕੇ ਆਇਆ ਉਵੇਂ ਦੇ ਕਰਮ ਤੈਨੂੰ ਭੋਗਣੇ ਪੈਂਦੇ ਨੇ। ਜੇ ਇਹਨਾਂ ਨੂੰ ਸੰਤਾਨ ਨਹੀਂ ਪੈਦਾ ਹੋ ਰਹੀ ਤੇ ਇਹਦਾ ਮਤਲਬ ਇਹ ਹੈ ਵੀ ਇਹਨਾਂ ਦੇ ਮਾੜਾ ਕੋਈ ਕਰਮ ਅੱਗੇ ਆਇਆ, ਜਿਹੜਾ ਇਹਨਾਂ ਨੇ ਕੀਤਾ ਹੋਇਆ ਉਹ ਕਰਮ ਇਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਦਾ ਸੁੱਖ ਨਹੀਂ ਲੈਣ ਦੇ ਰਿਹਾ। ਦਸਵੇਂ ਪਾਤਸ਼ਾਹ ਭਾਵੇਂ ਹੈ ਬਾਲ ਰੂਪ ਦੇ ਵਿੱਚ ਹੀ ਨੇ, ਪਰ ਉਪਦੇਸ਼ ਉਹਨਾਂ ਦਾ ਵੱਡਾ ਹੈ, ਉਮਰਾਂ ਛੋਟੀ ਹੈ, ਬਚਨ ਵੱਡਾ। ਕਹਿਣ ਲੱਗੇ ਮਾਤਾ ਜੀ ਜੇ ਇਹਨਾਂ ਨੂੰ ਪੁੱਤਰ ਨਹੀਂ ਮਿਲਿਆ, ਇਹਦਾ ਮਤਲਬ ਇਹ ਹੈ ਵੀ ਇਹਨਾਂ ਦੇ ਭਾਗਾਂ ਵਿੱਚ ਖੋਟ ਹੈ, ਕਰਮਾਂ ਵਿੱਚ ਖੋਟ ਹੈ, ਕੋਈ ਮਾੜਾ ਕਰਮ ਕੀਤਾ ਤੇ ਅੱਗੇ ਆ ਗਿਆ। ਸਾਨੂੰ ਕੀ ਪਤਾ ਵੀ ਇਹਨਾਂ ਦੇ ਘਰੇ ਪੁੱਤਰ ਹੋਣਾ ਜਾਂ ਨਹੀਂ ਹੋਣਾ, ਹੋਵੇਗਾ ਕਿ ਨਹੀਂ ਹੋਵੇਗਾ, ਇਹ ਕਾਰਨ ਅਸੀਂ ਜਾਣਨਾ ਵੀ ਨਹੀਂ ਚਾਹੁੰਦੇ। ਤੇ ਦੂਜੀ ਗੱਲ ਇਹ ਆ ਵੀ ਬੰਦਾ ਇਸ ਦੁਨੀਆ ਵਿੱਚ ਦੁੱਖ ਤੇ ਸੁੱਖ ਭੋਗਦਾ ਆਪਣੇ ਕੀਤੇ ਕਰਮਾਂ ਦਾ, ਤੇ ਜਿਹੋ ਜਿਹਾ ਕਰਮ ਕਰਕੇ ਆਏ ਨੇ ਉਹ ਜਿਹਾ ਦੁੱਖ ਤੇ ਸੁੱਖ ਭੋਗ ਲੈਣ, ਸਾਨੂੰ ਵਿੱਚ ਵਿਚੋਲਾ ਕਿਉਂ ਬਣਾਉਂਦੇ ਹਨ। ਮੌਨ ਕਰੀ ਪੁਨਖਿਆਨ ਟਲਾਏ ਛਪਾਏ ਚਹੈ ਵਿਵਹਾਰਨ। ਸਤਿਗੁਰੂ ਪਾਤਸ਼ਾਹ ਨੇ ਬਚਨ ਕਰਕੇ ਨਾ ਇੰਨਾ ਹੀ ਬਚਨ ਕੀਤਾ ਵੀ ਸਾਨੂੰ ਨਹੀਂ ਪਤਾ ਬੱਚਾ ਹੋਣਾ ਹੈ ਕਿ ਨਹੀਂ ਹੋਣਾ। ਦੂਜਾ ਬਚਨ ਇਹ ਕੀਤਾ ਸੀ ਵੀ ਬੰਦਾ ਆਪਣੇ ਕਰਮਾਂ ਦਾ ਫਲ ਭੋਗਦਾ, ਜਿਵੇਂ ਦੇ ਇਹਨਾਂ ਨੇ ਕਰਮ ਕੀਤੇ ਫਲ ਭੋਗਣਗੇ। ਇੰਨੀ ਗੱਲ ਕਹਿ ਕੇ ਇਹਦੇ ਤੋਂ ਬਾਅਦ ਵਿੱਚ ਕੋਈ ਬਚਨ ਨਹੀਂ ਕੀਤਾ। ਫਿਰ ਬੱਚਿਆਂ ਦੇ ਨਾਲ ਖੇਡਣ ਲੱਗ ਪਏ, ਉਧਰਲੀ ਗੱਲ ਫਿਰ ਉੱਥੇ ਹੀ ਛੱਡ ਦਿੱਤੀ, ਧਿਆਨ ਛੱਡ ਦਿੱਤਾ ਉਹਨਾਂ ਬੀਬੀਆਂ ਵੱਲ ਜਿਹੜੀ ਉਹ ਗੱਲ ਕਹਿ ਰਹੀਆਂ ਸਨ।
ਤੇ ਬੱਚਿਆਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਫਿਰ ਦੌੜਨ ਲੱਗ ਪਏ, ਫਿਰ ਖੇਡਣ ਲੱਗ ਪਏ ਹਨ। ਬ੍ਰਿੰਦ ਤ੍ਰਿਆ ਧਨਵਾਨਨ ਕੀ ਮਨ ਜਾਨ ਬਿਨੈ ਬਹੁ ਠਾਨਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਭ ਕੁਝ ਨੇ, ਪਰ ਆਪਣਾ ਆਪ ਜਨਾਉਣਾ ਨਹੀਂ ਚਾਹੁੰਦੇ, ਛੁਪ ਕੇ ਰਹਿਣਾ ਚਾਹੁੰਦੇ ਨੇ। ਆਮ ਸੰਸਾਰੀ ਲੋਕਾਂ ਦੇ ਵਾਂਗ ਵਿਚਰਦੇ ਨੇ ਜੀਵਨ ਦੇ ਵਿੱਚ। ਜਦੋਂ ਮਹਾਰਾਜ ਨੇ ਇਹ ਜਵਾਬ ਦਿੱਤਾ ਤੇ ਆਪ ਖੇਡਣ ਲੱਗ ਪਏ ਨਾ, ਖੇਡਾਂ ਬੱਚਿਆਂ ਦੇ ਨਾਲ। ਤੇ ਕਹਿਣ ਲੱਗੇ ਜਿੰਨੀਆਂ ਉਹ ਇਸਤਰੀਆਂ ਸਨ ਅਮੀਰ ਲੋਕਾਂ ਦੀਆਂ, ਮਹਾਰਾਜ ਦੇ ਕੋਲ ਆਈਆਂ, ਉਹਨਾਂ ਨੇ ਜਾਣ ਕੇ ਤੇ ਫਿਰ ਵਾਰ-ਵਾਰ ਬੇਨਤੀ ਕਰਦੀਆਂ ਹਨ। ਮਾਤ ਸਪੀਪ ਮਹੋਏ ਦੀਨ ਦੋ ਕਰ ਬੰਦ ਬਖਾਨਤ ਹੈ। ਉਹਨਾਂ ਨੇ ਵੇਖਿਆ ਵੀ ਸਤਿਗੁਰੂ ਤੇ ਬਚਨ ਸੁਣਦੇ ਨਹੀਂ, ਧਿਆਨ ਨਹੀਂ ਦਿੰਦੇ। ਇਹਨਾਂ ਬੀਬੀਆਂ ਨੇ ਫਿਰ ਮਾਤਾ ਗੁਜਰੀ ਸਾਹਿਬ ਦੇ ਨੇੜੇ ਹੋ ਕੇ ਬੇਨਤੀ ਕੀਤੀ। ਕਹਿਣ ਲੱਗੇ ਮਾਤਾ ਜੀ ਤੁਸੀਂ ਸਿਫਾਰਿਸ਼ ਕਰੋ, ਤੁਸੀਂ ਆਖੋ, ਤੁਹਾਡਾ ਕਿਹਾ ਨਹੀਂ ਮੋੜਨਗੇ। ਅਸੀਂ ਤੇ 2 ਵਾਰੀ ਬੇਨਤੀ ਕਰ ਲਈ ਹੈ, ਪਰ ਇਹਨਾਂ ਨੇ ਬਚਨ ਕਹਿ ਦਿੱਤਾ ਵੀ ਕਰਮਾਂ ਦਾ ਦਿੱਤਾ ਪ੍ਰਾਪਤ ਹੁੰਦਾ, ਤੇ ਕਰਮ ਵੀ ਤੇ ਗੁਰੂ ਹੀ ਲਿਖਣ ਵਾਲਾ। ਮਾਤਾ ਗੁਜਰੀ ਜੀਆਂ ਨੂੰ ਬੇਨਤੀ ਕੀਤੀ ਉਹਨਾਂ ਬੀਬੀਆਂ ਨੇ, ਹੱਥ ਜੋੜ ਕੇ ਕਹਿਣ ਲੱਗੇ ਮਾਤਾ ਜੀ ਤੁਸੀਂ ਕਿਰਪਾ ਕਰਨੀ ਕਰੋ। ਆਪ ਕਿਰਪਾ ਕਰਕੇ ਸਭ ਰੀਤ ਕਹਾਵੋ ਜੋ ਹਮ ਮੰਨਤ ਹੈ। ਇਸ ਕਰਕੇ ਅਸੀਂ ਮੰਨਾਂਗੀਆਂ, ਸਾਨੂੰ ਜਿਹੜੀ ਵੀ ਇਹ ਮੰਨਤ ਕਹਿਣਗੇ ਨਾ ਵੀ ਆਹ ਕੰਮ ਕਰੋ, ਅਸੀਂ ਕਰਾਂਗੀਆਂ ਉਸੇ ਵੇਲੇ। ਅਸੀਂ ਬਚਨ ਦਿੰਦੀਆਂ, ਜ਼ੁਬਾਨ ਦਿੰਦੀਆਂ ਵੀ ਜੋ ਇਹ ਮੰਗਣਗੇ ਨਾ, ਜੋ ਕਹਿਣਗੇ ਅਸੀਂ ਪੂਰਾ ਕਰਾਂਗੀਆਂ। ਪਰ ਸਾਡੀ ਥਾਂ ਤੇ ਤੁਸੀਂ ਸਿਫਾਰਿਸ਼ ਕਰੋ, ਤੁਸੀਂ ਇਹਨਾਂ ਨੂੰ ਕਹੋ ਵੀ ਪੁੱਤਰ ਜੀ ਕਿਰਪਾ ਕਰਕੇ ਸਾਡੀ ਝੋਲੀ ਭਰੋ। ਇਹ ਤੁਸੀਂ ਆਖੋਗੇ ਤੇ ਫਿਰ ਇਹ ਬਚਨ ਮੰਨ ਲੈਣਗੇ। ਪਰ ਜੋ ਵੀ ਇਹ ਬਾਲਕ ਨੇ, ਜੋ ਵੀ ਇਹ ਮੰਗਣਗੇ ਨਾ, ਅਸੀਂ ਦੇਣ ਵਾਸਤੇ ਤਿਆਰ ਹਾਂ। ਜੋ ਵੀ ਇਹ ਸਾਨੂੰ ਕਹਿਣਗੇ ਅਸੀਂ ਉਹ ਸੇਵਾ ਵਾਸਤੇ ਤਿਆਰ ਹਾਂ। ਤਾਤ ਕੇ ਪਾਸ ਤੇ ਆਸ ਪੁਰਾਵੋ ਦਾਨ ਸੁਭਾਓ ਪਛਾਨਤ ਹੈ। ਮਾਤਾ ਜੀ ਆਪਣੇ ਪੁੱਤਰ ਦੇ ਕੋਲੋਂ ਸਾਡੀ ਆਸ ਪੂਰੀ ਕਰਵਾਓ। ਜਿਹੜੀ ਆਸ ਅਸੀਂ ਲੈ ਕੇ ਆਏ ਨਾ, ਗੁਰੂ ਘਰ ਦੇ ਵਿੱਚ ਮਨੋਰਥ ਲੈ ਕੇ ਆਏ ਵੀ ਇੱਥੋਂ ਪੁੱਤਰ ਦੀ ਦਾਤ ਲੈ ਕੇ ਜਾਣੀ ਹੈ, ਉਹ ਸਾਡੀ ਇੱਛਾ ਪੂਰੀ ਕਰਾ ਦਿਓ। ਸਾਡਾ ਫੁਰਨਾ ਪੂਰਾ ਹੋ ਜਾਵੇ। ਆਪਣੇ ਦਾਸ ਜਾਣ ਕੇ, ਆਪਣੇ ਸੇਵਕ ਜਾਣ ਕੇ ਸਾਡੇ ਤੇ ਕਿਰਪਾ ਕਰੋ। ਯਉ ਹਟ ਨਾਰਨ ਕੋ ਮਨ ਜਾਣ ਕੇ ਪੈ ਅਨਕੂਲ ਸੁਮਾਤ ਪਛਾਨੀ। ਜਦੋਂ ਮਾਤਾ ਸਾਹਿਬ ਜੀ ਨੇ ਵੇਖਿਆ ਵੀ ਇਹ ਤੇ ਬੀਬੀਆਂ ਹੁਣ ਵਾਰ-ਵਾਰ ਬੇਨਤੀ ਕਰ ਰਹੀਆਂ, ਹੱਠ ਕਰਦੀਆਂ ਪਈਆਂ, ਜਿੱਦ ਕਰਦੀਆਂ ਪਈਆਂ, ਤੇ ਉਸ ਵੇਲੇ ਮਾਤਾ ਸਾਹਿਬ ਜੀ ਨੇ ਸਾਰਿਆਂ ਦੀ ਗੱਲ ਸੁਣੀ, ਜਿਹੜੀਆਂ ਬੀਬੀਆਂ ਬੇਨਤੀ ਲੈ ਕੇ ਆਈਆਂ। ਤੇ ਕਹਿਣ ਲੱਗੇ ਫਿਰ ਮਾਤਾ ਸਾਹਿਬ ਵੀ ਉਹਨਾਂ ਦੇ ਅਨੁਕੂਲ ਹੋ ਗਏ, ਉਹਨਾਂ ਦੇ ਅਨੁਸਾਰੀ ਹੋ ਗਏ। ਜਿਵੇਂ ਉਹ ਬੀਬੀਆਂ ਬੇਨਤੀ ਕਰ ਰਹੀਆਂ ਸਨ, ਹੁਣ ਮਾਤਾ ਗੁਜਰੀ ਜੀ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਪਏ, ਉਹਨਾਂ ਦੀ ਸਾਈਡ ਲੈ ਲਈ ਹੈ, ਉਹਨਾਂ ਦਾ ਪੱਖ ਲੈ ਲਿਆ। ਮਾਤਾ ਜੀ ਵੀ ਉਹਨਾਂ ਦੇ ਪੱਖ ਵਿੱਚ ਹੋ ਗਏ ਹਨ। ਬੋਲਤ ਭੇਤਵ ਬਾਕ ਉਤਾਇਲ ਜੇ ਤੁਮ ਕਾਮਨਾਇਓ ਮਨ ਠਾਨੀ। ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਵੇਖਿਆ ਵੀ ਸਾਡੀ ਮਾਤਾ ਵੀ ਸਿਫਾਰਿਸ਼ ਕਰ ਰਹੀ ਹੈ। ਅੱਗੇ ਤੇ ਬੀਬੀਆਂ ਸਿਫਾਰਿਸ਼ ਕਰਦੀਆਂ ਵੀ ਮਹਾਰਾਜ ਪੁੱਤਰ ਦਿਓ। ਹੁਣ ਇਹਨਾਂ ਨੇ ਵਕੀਲ ਸਾਡੀ ਮਾਂ ਨੂੰ ਵੀ ਬਣਾ ਲਿਆ, ਇਹ ਵੀ ਕਹਿ ਰਿਹਾ ਵੀ ਪੁੱਤਰ ਜੀ ਕਿਰਪਾ ਕਰੋ। ਹੁਣ ਮਾਂ ਨੇ ਕਿਹਾ ਤੇ ਮੰਨਣਾ ਪੈਣਾ। ਇਸ ਤੋਂ ਪਹਿਲਾਂ ਕਿ ਅਸੀਂ ਬਚਨ ਕਰੀਏ ਇਹਨਾਂ ਨੂੰ ਪੁੱਤਰ ਦੇਣ ਦਾ, ਪਰ ਇਹਨਾਂ ਕੋਲੋਂ ਇੱਕ ਸ਼ਰਤ ਮਨਾਉਣੀ ਚਾਹੀਦੀ ਹੈ। ਹੁਣ ਤੇ ਮੰਨਦੀਆਂ ਪਈਆਂ ਵੀ ਜੋ ਮੰਗੋਗੇ ਦੇ ਦਿਆਂਗੇ। ਤੇ ਗੋਬਿੰਦ ਰਾਏ ਜੀ ਕਹਿਣ ਲੱਗੇ ਉਸ ਵੇਲੇ ਸੁਣ ਕੇ ਨਾ ਆਪਣੀ ਮਾਤਾ ਦੇ ਬਚਨ, ਤੇ ਨਾਲੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਮਹਾਰਾਜ ਜੋ ਮੰਗੋਗੇ ਅਸੀਂ ਉਸੇ ਵੇਲੇ ਹਾਜ਼ਰ ਕਰਾਂਗੀਆਂ। ਇਹ ਗੱਲ ਸੁਣ ਕੇ ਤੇ ਪਾਤਸ਼ਾਹ ਜੀ ਨੇ ਫਿਰ ਅੱਗੋਂ ਜਵਾਬ ਦਿੱਤਾ ਹੈ। ਤੋ ਸੁਨ ਲਿਓ ਸਵੈ ਤਰਨੀਨ ਕੇ ਤਰਨੀਕ ਚਾਰ ਮਹਾਨੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੀਬੀਓ ਸਾਡੀ ਮਾਤਾ ਦੀ ਸਿਫਾਰਿਸ਼ ਤੇ ਲਵਾ ਦਿੱਤੀ ਤੁਸੀਂ। ਮਾਤਾ ਨੇ ਵੀ ਬੇਨਤੀ ਕਰਤੀ ਵੀ ਪੁੱਤਰ ਜੀ ਇਹਨਾਂ ਨੂੰ ਪੁੱਤਰ ਦੇ ਦਿਓ, ਪਰ ਹੁਣ ਸਾਡਾ ਵੀ ਇੱਕ ਬਚਨ ਹੈ, ਪੂਰਾ ਕਰੋ। ਜਦੋਂ ਇਹ ਬਚਨ ਕੀਤੇ ਤਾਂ ਉਹਨਾਂ ਨੇ ਹੱਥ ਜੋੜੇ, ਕਹਿਣ ਲੱਗੇ ਦੱਸੋ ਮਹਾਰਾਜ ਕੀ ਚਾਹੀਦਾ, ਹੁਕਮ ਕਰੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹਨਾਂ ਦੇ ਘਰ ਵਿੱਚ ਇੱਕ ਨਵੀਂ ਬੇੜੀ ਬਣਾ ਕੇ ਇਹਨਾਂ ਨੇ ਲਿਆਂਦੀ ਹੈ, ਕਿਸ਼ਤੀ ਬਣਾ ਕੇ ਲਿਆਂਦੀ ਹੈ, ਤੇ ਇੱਥੇ ਬਚਨ ਦਿਓ ਵੀ ਉਹ ਕਿਸ਼ਤੀ ਤੁਸੀਂ ਮੈਨੂੰ ਦਿਓਗੇ। ਜੇ ਤੇ ਬਚਨ ਦਿੰਦੇ ਹੋ, ਇਹ ਚੀਜ਼ ਦੇਣ ਵਾਸਤੇ ਤਿਆਰ ਹੋ, ਤੇ ਦੱਸਣਾ ਕਰੋ। ਸੋ ਹਮਕੋ ਅਰਪੋ ਕਹਿ ਕਹਿ ਸੁਤ ਹੋਵਨ ਕੀ ਭਨ ਹੋ ਪੁਨਬਾਨੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨਵੀਂ ਬੇੜੀ ਲਿਆਂਦੀ ਹੈ, ਕਿਉਂਕਿ ਆਪਾਂ ਪਿੱਛੇ ਪ੍ਰਸੰਗ ਸਰਵਣ ਕੀਤਾ ਸੀ ਵੀ ਮਹਾਰਾਜ ਬੇੜੀ ਦੇ ਵਿੱਚ ਬੈਠ ਕੇ ਗੰਗਾ ਦੀ ਜਿਸ ਵੇਲੇ ਸੈਰ ਕਰਦੇ ਪਏ, ਤੇ ਉਸ ਵੇਲੇ ਬਚਨ ਆਖਿਆ ਸੀ ਆਪਣੇ ਸਾਥੀਆਂ ਨੂੰ, ਕਹਿਣ ਲੱਗੇ ਦੋਸਤੋ ਥੋੜੇ ਦਿਨਾਂ ਵਿੱਚ ਅਸੀਂ ਆਪਣੀ ਬੇੜੀ ਲੈ ਲਵਾਂਗੇ। ਤੇ ਮਲਾਹ ਨੇ ਹੱਥ ਜੋੜੇ ਸਨ, ਮਹਾਰਾਜ ਇਹ ਵੀ ਤੁਹਾਡੀ ਹੈ ਨਾ, ਜਦੋਂ ਮਰਜ਼ੀ ਵਰਤੋ। ਉਹ ਗੱਲ ਅਜੇ ਯਾਦ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜੇ ਪੁੱਤਰ ਲੈਣਾ ਚਾਹੁੰਦੇ ਹੋ ਤੇ ਅਸੀਂ ਬਚਨ ਤਾਂ ਦਿਆਂਗੇ, ਪਹਿਲਾਂ ਸਾਨੂੰ ਬੇੜੀ ਲਿਆ ਕੇ ਦਿਓ। ਅਸੀਂ ਬੇੜੀ ਨਵੀਂ ਲੈਣੀ ਚਾਹੁੰਦੇ ਹੋ, ਤੁਹਾਡੇ ਘਰ ਵਿੱਚ ਨਵੀਂ ਬੇੜੀ ਇੱਕ ਆਈ ਹੈ, ਸਾਨੂੰ ਮੇਰੇ ਸਾਥੀਆਂ ਨੇ ਦੱਸ ਦਿੱਤਾ, ਉਹ ਬੇੜੀ ਸਾਨੂੰ ਦੇ ਦਿਓ
ਜਦੋਂ ਤੁਸੀਂ ਬੇੜੀ ਦੇਣ ਦਾ ਬਚਨ ਕਰੋਗੇ ਫਿਰ ਅਸੀਂ ਤੁਹਾਨੂੰ ਪੁੱਤਰ ਹੋਣ ਦਾ ਬਚਨ ਕਰਾਂਗੇ। ਸ੍ਰੀ ਗੁਰਬਾਲਕ ਰੂਪ ਮੁਖਾਂ ਵਿੱਚ ਸੁੰਦਰ ਤੇ ਸੁਨ ਸੁੰਦਰ ਬਾਣੀ। ਸਤਿਗੁਰੂ ਪਾਤਸ਼ਾਹ ਦੇ ਕੋਲੋਂ ਸੁਣ ਕੇ ਨਾ ਬਚਨ ਗੋਬਿੰਦ ਰਾਏ ਜੀ, ਨਿੱਕਾ ਜਿਹਾ ਸਰੀਰ ਹੈ, ਨਿੱਕੀ ਜੀ ਉਮਰ ਹੈ, ਬੱਚਿਆਂ ਵਿੱਚ ਖੇਡਦੇ ਪਏ, ਬੱਚਿਆਂ ਵਾਲੇ ਕੌਤਕ। ਤੇ ਜਦੋਂ ਸੁਣਿਆ ਮੁਖ ਦੇ ਵਿੱਚੋਂ ਵੀ ਇਹਨਾਂ ਕੋਲ ਨਵੀਂ ਬੇੜੀ ਹੈ ਤੇ ਸਾਡੇ ਘਰੇ ਬੇੜੀ ਨਹੀਂ, ਸਾਨੂੰ ਬੇੜੀ ਨਵੀਂ ਕਿਸ਼ਤੀ ਚਾਹੀਦੀ ਹੈ, ਇਹ ਗੱਲ ਸੁਣ ਕੇ ਮਹਾਰਾਜ ਦਾ ਮੁਖ ਬੜਾ ਸੋਹਣਾ, ਬੜੇ ਪਿਆਰ ਦੇ ਨਾਲ ਇਹ ਬਚਨ ਮਹਾਰਾਜ ਨੇ ਉਸ ਵੇਲੇ ਕੀਤਾ ਜਦੋਂ ਇਹ ਗੱਲ ਉਹਨਾਂ ਬੀਬੀਆਂ ਨੇ ਸੁਣੀ ਹੈ। ਇੱਕ ਹੀ ਬਾਰ ਹਸੀ ਸਭ ਸੁੰਦਰ ਆਛੀ, ਕਹੋ ਤੁਮ ਆਛੀ ਜਦੋਂ ਬਖਾਨੀ। ਬੇੜੀ ਦੀ ਗੱਲ ਕੀਤੀ ਨਾ, ਬੇੜੀ ਦਿਓ, ਉਹ ਜਿੰਨੀਆਂ ਇਸਤਰੀਆਂ ਆਈਆਂ ਸੀ ਸਾਰੀਆਂ ਖਿੜਖੜਾ ਕੇ ਹੱਸ ਪਈਆਂ, ਕਹਿਣ ਲੱਗੇ ਮੰਗਿਆ ਤੇ ਕੁਝ ਨਹੀਂ ਮੰਗਿਆ। ਕੀ ਮੰਗਿਆ? ਬੇੜੀ ਦਾ ਕੀ ਹੈ? ਇੱਕ ਲੱਕੜ ਲਿਆ ਕੇ ਤੇ ਇੱਕ ਮਿਸਤਰੀ ਲਿਆ ਕੇ ਤੇ ਬੇੜੀ ਬਣ ਜਾਣੀ ਹੈ। ਬੇੜੀ ਦਾ ਬਣਾਉਣਾ ਕੀ ਔਖਾ? ਸਾਰੀਆਂ ਹੱਸ ਪਈਆਂ। ਗੋਬਿੰਦ ਰਾਏ ਜੀ ਕਿੰਨੇ ਭੋਲੇ ਨੇ, ਪੁੱਤਰ ਦੀ ਦਾਤ ਏਡੀ ਵੱਡੀ ਦੇਣ ਲੱਗੇ ਨੇ ਤੇ ਮੰਗਿਆ ਇੱਕ ਨਿੱਕੀ ਜੀ ਕਿਸ਼ਤੀ ਮੰਗੀ ਹੈ, ਬੇੜੀ ਮੰਗੀ ਹੈ। ਉਹ ਜਿਹੜੀਆਂ ਅਮੀਰ ਘਰਾਣਿਆਂ ਦੀਆਂ ਔਰਤਾਂ ਆਈਆਂ, ਸ਼ਾਹੂਕਾਰਾਂ ਦੀਆਂ ਇਸਤਰੀਆਂ ਆਈਆਂ, ਸਾਰੀਆਂ ਹੱਸ ਪਈਆਂ ਗੱਲ ਸੁਣ ਕੇ। ਜਦੋਂ ਬੇੜੀ ਦੀ ਮੰਗ ਕੀਤੀ ਹੱਸ ਕੇ ਉਸ ਵੇਲੇ ਕਹਿਣ ਲੱਗੇ ਮਹਾਰਾਜ ਸਤ ਬਚਨ ਜੋ ਤੁਸੀਂ ਮੰਗਿਆ ਸਮਝ ਲਓ ਅਸੀਂ ਦੇ ਦਿੱਤਾ, ਅਸੀਂ ਇੱਥੇ ਬਚਨ ਕਰ ਦਿੱਤਾ, ਤੁਹਾਡੇ ਨਾਲ ਜ਼ੁਬਾਨ ਕਰ ਦਿੱਤੀ ਹੈ। ਬੇੜੀ ਦੀ ਗੱਲ ਕਰਦੇ ਹੋ, ਬੇੜੀ ਇੱਕ ਤੇ ਕੀ, ਜਿੰਨੀਆਂ ਆਖੋ ਓਨੀਆਂ ਭੇਟ ਕਰ ਦਈਏ, ਸਾਨੂੰ ਬੇੜੀਆਂ ਦਾ ਕੋਈ ਘਾਟਾ ਨਹੀਂ। ਜੇ ਘਾਟਾ ਹੈ ਤੇ ਘਰ ਦੇ ਵਿੱਚ ਪੁੱਤਰ ਦਾ ਹੈ, ਪਦਾਰਥ ਦੀ ਕਮੀ ਕੋਈ ਨਹੀਂ, ਧਨ ਦੀ ਕਮੀ ਕੋਈ ਨਹੀਂ, ਬੇੜੀ ਇੱਕ ਤੇ ਕੀ, ਜੇ ਕਹੋ ਤੇ ਵੱਧ ਵੀ ਦੇ ਦਈਏ। ਤੁਹਾਡੀ ਇਹ ਸ਼ਰਤ, ਤੁਹਾਡਾ ਇਹ ਬਚਨ ਸਾਨੂੰ ਮਨਜ਼ੂਰ ਹੈ। ਜੋ ਨਵਕਾ ਇਨਕੇ ਅਤਿ ਉਤਮ ਸੋ ਲਿਹੋ ਆਪ ਪਿਖੇ ਮੁਦਮਨੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੁਹਾਡੇ ਘਰ ਵਿੱਚ ਜਿਹੜੀਆਂ ਬੇੜੀਆਂ ਨੇ, ਉਹਨਾਂ ਬੇੜੀਆਂ ਵਿੱਚੋਂ ਜਿਹੜੀ ਸਭ ਤੋਂ ਨਵੀਂ ਹੈ ਨਾ, ਚੰਗੀ ਹਾਲਤ ਵਾਲੀ, ਇਹ ਨਾ ਵੀ ਉਹ ਜਿਹੜੀ ਟੁੱਟੀ ਫੁੱਟੀ ਪਾਣੀ ਜਿਹਦੇ ਵਿੱਚ ਪੈਂਦਾ ਫਿਰ ਉਹੋ ਜਿਹੀ ਨਹੀਂ ਚਾਹੀਦੀ ਹੈ, ਜਿਹੜੀ ਸਭ ਤੋਂ ਨਵੀਂ ਹੈ, ਚੰਗੀ ਹੈ, ਉਹ ਸਾਨੂੰ ਦਿਓ। ਤੇ ਜਦੋਂ ਇਹ ਬਚਨ ਕੀਤਾ ਤੇ ਉਹ ਬੀਬੀ ਨੇ ਕਹਿ ਦਿੱਤਾ, ਜਿਹੜੀ ਆਈ ਸੀ ਬਜ਼ੁਰਗ ਮਾਤਾ, ਕਹਿਣ ਲੱਗੀ ਸਤਿਗੁਰੂ ਜੀ ਜਿਹੜੀ ਸਾਡੇ ਘਰੇ ਨਵੀਂ ਬੇੜੀ ਹੈ ਨਾ, ਉਹ ਅਸੀਂ ਤੁਹਾਨੂੰ ਦੇਣ ਵਾਸਤੇ ਬਚਨ ਮੰਨਦੇ ਹਾਂ। ਰਾਬਰ ਕੇ ਸਭ ਦੀਨੇ ਪਦਾਰਥ ਹੋਏ ਸਕਾਰ ਤਿਉ ਹਮ ਜਾਣੇ। ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੀਆਂ, ਕਹਿੰਦੇ ਮਹਾਰਾਜ ਬੇੜੀ ਤੇ ਕੀ, ਸਾਡੇ ਘਰ ਵਿੱਚ ਜਿੰਨੇ ਵੀ ਪਦਾਰਥ ਨੇ ਸਾਰੇ ਤੁਹਾਡੇ ਹੀ ਦਿੱਤੇ ਹੋਏ ਨੇ। ਜਿਹੜਾ ਅਸੀਂ ਭੋਜਨ ਛਕਦੇ ਹਾਂ ਨਾ, ਪਦਾਰਥ ਸਾਡੇ ਘਰ ਵਿੱਚ ਭਾਂਡਾ ਬਿਸਤਰਾ ਜੋ ਵੀ ਹੈ, ਧਨ ਮਾਲ, ਪਾਤਸ਼ਾਹ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ। ਬੇੜੀ ਦੀ ਕੀ ਗੱਲ, ਤੁਸੀਂ ਤੇ ਸਾਡਾ ਸਾਰਾ ਕੁਝ ਹੀ ਮੰਗ ਲੈਂਦੇ, ਅਸੀਂ ਤੇ ਉਹ ਵੀ ਦੇਣ ਨੂੰ ਤਿਆਰ ਸੀ। ਧਨ ਮੰਗ ਲੈਂਦੇ, ਵਸਤੂਆਂ ਮੰਗ ਲੈਂਦੇ, ਘਰ ਬਾਹਰ ਮੰਗ ਲੈਂਦੇ, ਜੋ ਵੀ ਮੰਗਦੇ ਮਹਾਰਾਜ ਅਸੀਂ ਤੇ ਦੇਣ ਵਾਸਤੇ ਤਿਆਰ ਸੀ। ਬੇੜੀ ਦੀ ਕੋਈ ਗਿਣਤੀ ਨਹੀਂ ਹੈ, ਅਸੀਂ ਆਪ ਜੀ ਨੂੰ ਦੇਣ ਵਾਸਤੇ ਬਿਲਕੁਲ ਤਿਆਰ ਹਾਂ। ਸ੍ਰੀ ਜਨਨੀ ਤੁਮ ਜਾਵਨ ਹੋਵੋ ਜੋ ਲਗਦੇ ਤ ਨਹੀਂ ਤਰਨੀ। ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਸੁਣਿਆ ਨਾ ਉਹਨਾਂ ਬੀਬੀਆਂ ਦਾ ਬਚਨ ਵੀ ਬੇੜੀ ਦੇਣ ਨੂੰ ਤਿਆਰ ਆ, ਤੇ ਮਹਾਰਾਜ ਨੇ ਨਾਂਹ ਦੇ ਵਿੱਚ ਸਿਰ ਮਾਰਿਆ, ਕਹਿੰਦੇ ਵੀ ਇਦਾਂ ਨਹੀਂ ਗੱਲ ਬਣਨੀ ਹੈ। ਇਹ ਤੇ ਗੱਲਾਂ ਨਾਲ ਹੀ ਤਿਆਰੀ ਹੋ ਗਈ ਨਾ, ਗੱਲਾਂ ਨਾਲ ਤੇ ਜੋ ਮਰਜ਼ੀ ਆਪਾਂ ਕਹਿ ਦਈਏ ਵੀ ਮੈਂ ਤੈਨੂੰ ਬੜਾ ਕੁਝ ਦਾਨ ਕੀਤਾ, ਗੱਲਾਂ ਨਾਲ ਦਾਨ ਕੀਤਿਆਂ ਕੀ ਹੁੰਦਾ? ਗੱਲਾਂ ਨਾਲ ਦਾਨ ਕੀਤਿਆਂ ਕੁਝ ਨਹੀਂ। ਗੱਲਾਂ ਨਾਲ ਦਾਨ ਕੀਤਿਆਂ ਤੇ ਕੋਈ ਕਹਿ ਦੇ ਵੀ ਮੈਂ ਧਰਤੀ ਦਾਨ ਕਰ ਦਿੱਤੀ ਹੈ, ਤਾਂ ਦਾਨ ਥੋੜ੍ਹੀ ਕਰ ਦੇਵੇਗਾ। ਮੈਂ ਸੋਨਾ ਚਾਂਦੀ ਦਾਨ ਕੀਤਾ, ਪਰ ਗੱਲਾਂ ਨਾਲ ਨਹੀਂ। ਦਾਨ ਉਦੋਂ ਹੋਣਾ ਜਦੋਂ ਕਰੇਗਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ। ਮਾਤਾ ਜੀ ਕੋਲ ਬੈਠੇ ਸਨ, ਮਾਤਾ ਗੁਜਰੀ ਜੀ, ਸਤਿਗੁਰੂ ਉਹਨਾਂ ਨੂੰ ਕਹਿਣ ਲੱਗ ਪਏ, ਕਹਿੰਦੇ ਮਾਤਾ ਜੀ ਸੁਣ ਲਓ ਗੱਲ ਧਿਆਨ ਨਾਲ। ਸਿਫਾਰਿਸ਼ ਤੇ ਤੁਸੀਂ ਕੀਤੀ ਹੈ ਵੀ ਪੁੱਤਰ ਜੀ ਇਹਨਾਂ ਨੂੰ ਪੁੱਤਰ ਦਿਓ, ਪਰ ਗੱਲ ਹੁਣ ਇਹ ਹੈ ਵੀ ਜੇ ਇਹਨਾਂ ਨੇ ਬੇੜੀ ਤੋਂ ਮੁੱਕਰ ਗਏ ਵੀ ਅਸੀਂ ਦੇਣੀ ਨਹੀਂ, ਜੇ ਇਹਨਾਂ ਨੇ ਇਹ ਗੱਲ ਕਹੀ ਤੇ ਜਾਮਣੀ ਤੁਹਾਡੀ ਹੈ ਵਿੱਚ। ਤੁਸੀਂ ਇੱਥੇ ਗੱਲ ਕਹੋ ਵੀ ਜੇ ਇਹ ਮੁੱਕਰ ਗਈਆਂ ਨਾ ਦਿੱਤੀ ਤੇ ਤੁਹਾਡੀ ਜ਼ਿੰਮੇਵਾਰੀ ਫਿਰ ਇਸ ਗੱਲ ਦੀ ਹੋਵੇਗੀ, ਜਾਮਣੀ ਭਰੋ ਇਹਨਾਂ ਦੀ। ਤੇ ਕਹਿਣ ਲੱਗੇ ਫਿਰ ਸੋ ਹਮਨੇ ਅਰਪੀ ਮਨ ਤੇ ਬਰ ਦੇਹੋ ਅਵੈ ਸੁਤ ਹੋਵੇ ਤਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਸ ਵੇਲੇ ਬੇਨਤੀ ਕਰਦੇ ਪਏ, ਕਹਿਣ ਲੱਗੇ ਮਹਾਰਾਜ ਮਨ ਕਰਕੇ ਤੇ ਅਸੀਂ ਬੇੜੀ ਤੁਹਾਨੂੰ ਭੇਟ ਕਰ ਦਿੱਤੀ ਹੈ, ਹੁਣ ਕੇਵਲ ਬਣਾ ਕੇ ਦੇਣੀ ਹੈ। 1-2 ਦਿਨ ਦਾ ਟਾਈਮ ਲੱਗੇਗਾ, ਮੰਨ ਲਓ ਵੀ ਉਹ ਵੀ ਤੁਹਾਡੇ ਕੋਲ ਆਈ ਸਮਝੋ, ਪਰ ਮਨ ਕਰਕੇ ਅਸੀਂ ਦੇਣ ਦਾ ਬਚਨ ਕਰਦੇ ਹਾਂ। ਸਿੱਖਿਆਨ ਕੇ ਅਵਿਲੰਬ ਦਲੋਕ ਪਿਖੈ ਨ ਆਦਿਕ ਬੈਤਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦੇ ਆਲੰਬ ਨੇ, ਆਸਰਾ ਨੇ। ਤੇ ਜਿਨ੍ਹਾਂ ਨੇ ਗੋਬਿੰਦ ਰਾਏ ਜੀਆਂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਉਹਨਾਂ ਦੇ ਬਚਨ ਮੰਨੇ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਵੱਡੇ ਨੇ। ਵਿਦਵਾਨਾਂ ਨੇ ਲਿਖਿਆ ਕਿ ਬਤਰਨੀ ਨਦੀ ਜਿਹੜੀ ਹੈ ਨਾ, ਉਹ ਤਰਨੀ ਬੜੀ ਔਖੀ ਹੈ। ਜਦੋਂ ਜੰਮ ਲੈ ਕੇ ਜਾਂਦੇ ਨਾ ਦੁਨੀਆ ਤੋਂ ਇੱਥੋਂ ਬੰਦੇ ਦੀ ਆਤਮਾ ਨੂੰ, ਤੇ ਰਸਤੇ ਵਿੱਚ ਸ਼ਾਸਤਰਾਂ ਵਿੱਚ ਲਿਖਿਆ ਵੀ ਇੱਕ ਬੈਤਰਨੀ ਨਾਮ ਦੀ ਨਦੀ ਹੈ ਜਿਹਦੇ ਤੋਂ ਤਰਨਾ ਬੜਾ ਔਖਾ। ਪਰ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਲਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੁਣਨ ਵਾਲਿਓ,
ਸਤਿਗੁਰਾਂ ਦੇ ਬਚਨਾਂ ਵਿੱਚ ਇੰਨੀ ਤਾਕਤ ਹੈ, ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੁਣ ਲੈ, ਉਹਨੂੰ ਉਹ ਬੈਤਰਣੀ ਨਦੀ ਵੇਖਣੀ ਨਹੀਂ ਪਵੇਗੀ, ਉਹਨੂੰ ਬੈਤਰਣੀ ਨਦੀ ਦੇ ਕੋਲ ਹੀ ਨਹੀਂ ਜਾਣਾ ਪਵੇਗਾ, ਉਹਨੂੰ ਜਾਮਣੀ ਲਿਜਾ ਸਕਣਗੇ। ਐਸੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਹੁ ਮੁੱਲੇ ਦਰਸ਼ਨ, ਐਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਬਹੁ ਮੁੱਲੇ ਬਚਨ, ਜਿਨ੍ਹਾਂ ਨੇ ਸੁਣੇ ਨੇ, ਜਿਨ੍ਹਾਂ ਨੇ ਦਿਦਾਰੇ ਕੀਤੇ ਨੇ, ਉਹਨਾਂ ਨੂੰ ਨਾ ਬੈਤਰਣੀ ਨਦੀ ਵੇਖਣੀ ਪੈਂਦੀ ਹੈ, ਨਾ ਉਹਨਾਂ ਨੂੰ ਜੰਮ ਵੇਖਣੇ ਪੈਂਦੇ ਹਨ। ਧੰਨ ਗੁਰੂ ਤੁਮ ਜਾਓ ਉਪਦੇਸ਼ਤ ਭੌਜਲ ਤੇ ਸੋ ਤਰੈ ਤਰਨੀ। ਸਤਿਗੁਰੂ ਪਾਤਸ਼ਾਹ ਜੀਓ, ਤੁਸੀਂ ਧੰਨ ਹੋ, ਧੰਨ ਹੋ, ਜਿਨ੍ਹਾਂ ਨੂੰ ਤੁਸੀਂ ਉਪਦੇਸ਼ ਦੇ ਦਿੰਦੇ ਹੋ ਨਾ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਆ। ਨਿੱਕੀ ਮੋਟੀ ਬੇੜੀ ਦੀ ਕੀ ਗੱਲ ਹੈ ਜਿਹੜੀ ਨਦੀ ਵਿੱਚ ਚੱਲਣ ਵਾਲੀ ਹੈ। ਪਾਤਸ਼ਾਹ ਜੀ, ਤੁਹਾਡੇ ਕੋਲ ਤੇ ਇਹੋ ਜਿਹਾ ਬੇੜਾ ਹੈ, ਜਿਨ੍ਹਾਂ ਨੂੰ ਉਪਦੇਸ਼ ਦਿੰਦੇ ਹੋ, ਉਹਨਾਂ ਨੂੰ ਸੰਸਾਰ ਤੋਂ ਤਾਰ ਦਿੰਦੇ ਹੋ। ਐਸੀਆਂ ਵੱਡੀਆਂ ਤੁਹਾਡੇ ਕੋਲ ਦਾਤਾਂ ਹਨ। ਸੁੰਦਰ ਹਾਥ ਸ਼ਰੀ ਪਤਰੀ ਸੁਣ ਕੇ ਸਬਰੀ ਤਨ ਕੀ ਬੇਨਤੀ। ਜਦੋਂ ਇਹ ਬੇਨਤੀ ਕੀਤੀ ਨਾ ਮਾਤਾ ਜੀ ਨੇ ਵੀ ਪੁੱਤਰ ਜੀ ਕੋਈ ਗੱਲ ਨਹੀਂ, ਉਹਨਾਂ ਬੀਬੀਆਂ ਨੇ ਕਹਿ ਦਿੱਤਾ, ਕਹਿਣ ਲੱਗੀਆਂ ਮਾਤਾ ਜੀ ਤੁਸੀਂ ਸਾਡੀ ਜਾਮਣੀ ਚੁੱਕ ਲਓ। ਜੇ ਜਾਮਣੀ ਦੀ ਗੱਲ ਹੈ ਨਾ, ਤੁਸੀਂ ਹਾਂ ਕਰ ਦਿਓ ਸਾਡੀ ਥਾਂ 'ਤੇ, ਵੀ ਬੇੜੀ 2 ਦਿਨਾਂ ਵਿੱਚ ਪਹੁੰਚ ਜਾਏਗੀ, ਤੇ ਜੇ ਨਾ ਪਹੁੰਚੇਗੀ ਤੇ ਫਿਰ ਤੁਸੀਂ ਦੇ ਦਿਓ। ਮਾਤਾ ਗੁਜਰੀ ਜੀਆਂ ਨੇ ਗੱਲ ਕਹਿ ਦਿੱਤੀ, ਕਹਿਣ ਲੱਗੇ ਪੁੱਤਰ 2 ਦਿਨਾਂ ਵਿੱਚ ਬੇੜੀ ਆਵੇਗੀ, ਤੇ ਜੇ ਇਹ 2 ਦਿਨਾਂ ਤੱਕ ਬੇੜੀ ਨਾ ਲਿਆ ਕੇ ਦੇਣਗੇ ਤੇ ਫਿਰ ਮੈਂ ਜ਼ਿੰਮੇਵਾਰੀ ਚੁੱਕਦੀ ਹਾਂ, ਮੈਂ ਤੈਨੂੰ ਖੁਦ ਬੇੜੀ ਨਵੀਂ ਬਣਾ ਕੇ ਦਿਆਂਗੀ। ਤੇ ਜਦੋਂ ਇਹ ਬਚਨ ਸੁਣਿਆ ਮਹਾਰਾਜ ਨੇ ਵੀ ਸਾਡੀ ਮਾਤਾ ਨੇ ਜ਼ਿੰਮੇਵਾਰੀ ਚੁੱਕ ਲਈ ਹੈ, ਬਚਨ ਦੇ ਦਿੱਤਾ ਵੀ ਜੇ ਬੇੜੀ ਇਹ ਨਹੀਂ ਦੇਣਗੇ ਤੇ ਅਸੀਂ ਦੇਵਾਂਗੇ ਲਿਆ ਕੇ। ਇਹ ਗੱਲ ਸੁਣ ਕੇ ਸਤਿਗੁਰੂ ਪਾਤਸ਼ਾਹ ਨੇ ਹੱਥਾਂ ਵਿੱਚ ਇੱਕ ਛੋਟੀ ਜੀ ਛਟੀ ਫੜੀ, ਇੱਕ ਸੋਟੀ ਫੜੀ ਹੋਈ ਹੈ, ਬੜੀ ਬਰੀਕ ਜੀ ਤੇ ਲੰਮੀ ਜੀ, 2-3 ਫੁੱਟ ਦੀ ਲੰਬਾਈ ਤੇ ਬਰੀਕ ਜੀ ਸੋਟੀ ਹੱਥ ਵਿੱਚ ਫੜੀ ਹੋਈ ਹੈ। ਜਦੋਂ ਮਾਤਾ ਜੀ ਨੇ ਆਖਿਆ ਨਾ ਵੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਬੇੜੀ ਅਸੀਂ ਦੇਵਾਂਗੇ, ਜੇ ਇਹ ਨਹੀਂ ਲਿਆ ਕੇ ਦੇਣਗੇ, ਤੇ ਪਾਤਸ਼ਾਹ ਜੀ ਨੇ ਉਹ ਸੋਟੀ ਹੱਥ ਵਿੱਚ ਫੜ ਕੇ ਨਾ ਉਸ ਵੇਲੇ ਤੇ ਕਹਿਣ ਲੱਗੇ ਫਿਰ ਸ੍ਰੀ ਗੁਰੂ ਉੱਚੇ ਉਚਾਏ ਭੁਜਾ ਨਿਜ ਲਾਵਤ ਭੇ ਕਰ ਕਹਿ ਗਿਣਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥਾਂ ਵਿੱਚ ਸੋਟੀ ਫੜੀ, ਤੇ ਜਿਹੜੀ ਉਹਨਾਂ ਨੇ ਇਸਤਰੀ ਸਾਹਮਣੇ ਬਿਠਾਈ ਸੀ ਨਾ, ਜਿਹਦੇ ਵਾਸਤੇ ਉਹ ਵਰ ਲੈਣ ਆਏ ਸੀ ਵੀ ਇਹਨੂੰ ਪੁੱਤਰ ਦੀ ਦਾਤ ਦਿਓ, ਇੱਕ ਪੁੱਤਰ ਲੈਣ ਵਾਸਤੇ ਆਏ, ਤੇ ਸਤਿਗੁਰੂ ਪਾਤਸ਼ਾਹ ਨੇ ਹੱਥਾਂ ਦੀ ਫੜੀ ਹੋਈ ਸੋਟੀ ਉਸ ਬੀਬੀ ਦੇ ਸਿਰ ਉੱਪਰ ਜਾ ਰੱਖੀ, ਤੇ ਸਿਰ ਤੇ ਰੱਖ ਕੇ ਮਹਾਰਾਜ ਫਿਰ ਕਹਿਣ ਲੱਗੇ ਹਨ, ਪੰਜ ਪ੍ਰਹਾਰ ਕਰੇ ਤਿਸ ਕੇ ਸਰਬਾਕ ਕਹੇ ਸਗਰੀ ਸੁਨਤੀ। ਸਤਿਗੁਰੂ ਪਾਤਸ਼ਾਹ ਉੱਚੀ ਉੱਚੀ ਬੋਲਦੇ ਪਏ, ਉਹਦੇ ਸਿਰ ਤੇ ਸੋਟੀ ਲਾ ਕੇ ਕਹਿੰਦੇ 1, ਥੋੜੇ ਚਿਰ ਬਾਅਦ ਫਿਰ ਸੋਟੀ ਦੁਬਾਰਾ ਲਾਈ, ਕਹਿਣ ਲੱਗੇ 2, ਤੀਜੀ ਵਾਰੀ ਫਿਰ ਸੋਟੀ ਲਾਈ, ਚੌਥੀ ਵਾਰੀ ਫਿਰ ਸੋਟੀ ਲਾਈ, ਤੇ 5ਵੀਂ ਵਾਰ ਘੁਮਾ ਕੇ ਫਿਰ ਸੋਟੀ ਸਿਰ ਤੇ ਲਾ ਕੇ ਬਚਨ ਕੀਤਾ, ਕਹਿਣ ਲੱਗੇ 1 ਨਹੀਂ 5 ਪੁੱਤਰਾਂ ਦੀ ਤੂੰ ਮਾਂ ਬਣੇਗੀ। ਪੰਜ ਪੁੱਤਰ ਤੇਰੀ ਝੋਲੀ ਵਿੱਚ ਪੈਣਗੇ, ਲੈਣ ਤੇ ਇੱਕ ਆਈ ਹੈ ਨਾ। ਪਾਤਸ਼ਾਹ ਜੀ ਦਾ ਬਚਨ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਇੰਨੀਆਂ ਦਾਤਾਂ ਦਿੰਦਾ ਹੈ, ਜੇਵੜ ਆਪ ਤੇਵੜ ਤੇਰੀ ਦਾਤ। ਰੱਬ ਇੰਨਾ ਵੱਡਾ ਹੈ, ਉਹਦੀਆਂ ਦਾਤਾਂ ਵੀ ਤੇ ਵੱਡੀਆਂ ਹੀ ਹੋਣਗੀਆਂ, ਬਹੁਤੀਆਂ ਵੱਡੀਆਂ ਹੋਣਗੀਆਂ। ਇਹ ਘਰੋਂ ਨਹੀਂ ਸੋਚ ਕੇ ਆਈਆਂ ਵੀ ਅਸੀਂ 5 ਪੁੱਤਰਾਂ ਦੀ ਖੈਰ ਲੈ ਕੇ ਆਵਾਂਗੀਆਂ, 5 ਪੁੱਤਰਾਂ ਦੀ ਦਾਤ ਲੈ ਕੇ ਆਵਾਂਗੀਆਂ, ਨਹੀਂ, ਮੰਗਿਆ ਤੇ ਇੱਕ ਹੀ ਸੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬਚਨ ਦਿੱਤਾ ਨਾ ਵੀ ਬੇੜੀ ਅਸੀਂ ਲਿਆ ਕੇ ਦੇਵਾਂਗੇ, ਤੇ ਹੱਥ ਵਿੱਚ ਫੜੀ ਹੋਈ ਸੋਟੀ ਮਹਾਰਾਜ ਸਿਰ ਤੇ ਲਾਉਂਦੇ, ਨਾਲ ਨਾਲ ਗਿਣਤੀ ਕਰਦੇ 1 2 3 4 5, ਤੇ 5 ਕਹਿ ਕੇ ਆਖਿਆ, ਕਹਿਣ ਲੱਗੇ ਮਾਤਾ 5 ਪੁੱਤਰਾਂ ਦੀ ਮਾਂ ਬਣੇਗੀ, 5 ਪੁੱਤਰਾਂ ਨੂੰ ਤੂੰ ਜਨਮ ਦੇਵੇਂਗੀ, 5 ਪੁੱਤਰ ਤੇਰੀ ਗੋਦੀ ਦਾ ਸ਼ਿੰਗਾਰ ਬਣਨਗੇ। ਇਹ ਬਚਨ ਕਹਿ ਕੇ ਮਹਾਰਾਜ ਨੇ ਕਿਰਤਾਰਥ ਕੀਤਾ ਹੈ। 1 2 3 ਰੋ 4 ਸੋ 5 ਹੋहेंगे ਪੂਤ ਖੁਸ਼ੀ ਤਨਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ 5 ਬੱਚਿਆਂ ਦੇ ਵਿੱਚੋਂ 5 ਹੀ ਤੇਰੇ ਘਰੇ ਪੁੱਤਰ ਹੋਣਗੇ। 5 ਪੁੱਤਰਾਂ ਦਾ ਵਰ ਆਪਣੇ ਮੂੰਹੋਂ ਮਹਾਰਾਜ ਨੇ ਉਸ ਵੇਲੇ ਬਖਸ਼ਿਆ। ਆਪ ਵੀ ਹਾਲੇ ਬਚਪਨ ਵਿੱਚ ਹੀ ਨੇ, ਹਾਲੇ ਖੇਡਦੇ ਪਏ ਨੇ ਬੱਚਿਆਂ ਦੇ ਵਿੱਚ, ਪਰ ਦਾਤ ਇੰਨੀ ਵੱਡੀ ਦੇ ਦਿੱਤੀ। ਨਾਲੇ ਗਿਣਤੀ ਕਰਦੇ, ਸੋਟੀ ਲਾਉਂਦੇ ਸਿਰ ਦੇ ਉੱਪਰ, ਨਾਲੇ ਆਖਦੇ ਪਏ 1 2 3 4 ਤੇ 5 ਕਹਿ ਕੇ ਆਖਿਆ 5 ਪੁੱਤਰ ਤੈਨੂੰ ਆਗਿਆਕਾਰੀ ਪ੍ਰਾਪਤ ਹੋਣਗੇ, ਤੇਰੀ ਆਗਿਆ ਵਿੱਚ ਰਹਿਣ ਵਾਲੇ, ਤੇਰੇ ਹੁਕਮ ਦੇ ਵਿੱਚ ਰਹਿਣ ਵਾਲੇ, ਤੇਰੀ ਗੱਲ ਮੰਨਣ ਵਾਲੇ ਔਰ ਤੇਰੀ ਸੇਵਾ ਕਰਨ ਵਾਲੇ, ਐਸੇ 5 ਪੁੱਤਰ ਤੈਨੂੰ ਪ੍ਰਾਪਤ ਹੋਣੇ ਹਨ। ਕਬਿਤ ਸੋਢੀ ਬੰਸ ਚੰਦ ਕੇ ਸੁਬਾਕ ਹੋਣ ਨੰਦ ਕੇ ਦਿਵਿਆ ਜੇ ਆਨੰਦ ਕੇ ਸੁਨੇ ਸੁਬਰਿੰਦ ਭਾਵਨੀ। ਸੋਢੀਆਂ ਦੀ ਕੁੱਲ ਨੂੰ ਭਾਗ ਲਾਉਣ ਵਾਲੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ। ਸੋਢੀਆਂ ਦੀ ਕੁੱਲ ਵਿੱਚ ਗੁਰਤਾ ਗੱਦੀ ਆਈ ਹੈ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਲ।
ਗੁਰੂ ਰਾਮਦਾਸ ਪਾਤਸ਼ਾਹ ਦੇ ਪੁੱਤਰ ਨੇ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪੁੱਤਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪੁੱਤਰ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤਾਂ ਉਹਨਾਂ ਨੂੰ ਕਿਹਾ ਜਾਂਦਾ ਸੋਢੀਆਂ ਦੀ ਕੁੱਲ ਨੂੰ ਭਾਗ ਲਾਉਣ ਵਾਲੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੰਦਰਮਾ ਵਰਗੇ ਨੇ, ਜਿਨ੍ਹਾਂ ਦਾ ਮੁਖ ਪ੍ਰਕਾਸ਼ਿਤ ਹੋ ਰਿਹਾ, ਨੂਰ ਹੀ ਨੂਰ ਝਲਕਦਾ ਪਿਆ। ਤੇ ਜਦੋਂ ਐਸੇ ਬਚਨ ਸੁਣੇ ਨਾ ਵੀ 5 ਪੁੱਤਰ ਹੋਣਗੇ, ਜਿੰਨੀਆਂ ਉੱਥੇ ਇਸਤਰੀਆਂ ਬੈਠੀਆਂ ਮਾਤਾ ਗੁਜਰੀ ਜੀਆਂ ਦੇ ਸਮੇਤ, ਸਾਰਿਆਂ ਦੇ ਮਨ ਵਿੱਚ ਬਹੁਤ ਜ਼ਿਆਦਾ ਆਨੰਦ ਹੋਇਆ ਹੈ, ਕਿਉਂਕਿ ਆਨੰਦ ਦੇਣ ਵਾਲੇ ਪੁੱਤਰਾਂ ਦੀ ਦਾਤ ਅੱਜ ਗੋਬਿੰਦ ਰਾਏ ਜੀਆਂ ਦੇ ਕੋਲੋਂ ਪ੍ਰਾਪਤ ਹੋ ਗਈ ਹੈ। ਤੇ ਕਹਿਣ ਲੱਗੇ ਉਹ ਜਿੰਨੀਆਂ ਇਸਤਰੀਆਂ ਨੇ ਬਹੁਤ ਖੁਸ਼ ਹੋਈਆਂ ਹਨ। ਬਾਰ ਤੰਡ ਕੀ ਰਸ਼ਮ ਜੋ ਪ੍ਰਕਾਸ਼ ਕਰੈ, ਬਦਨ ਸਰੋਜ ਬਿਕਸਾਏ ਗਜ ਗਾਮਨੀ। ਕਵੀ ਜੀ ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਸੂਰਜ ਭਾਵੇਂ ਨਿੱਕਾ ਹੋਵੇ ਤੇ ਭਾਵੇਂ ਵੱਡਾ ਹੋਵੇ। ਨਿੱਕਾ ਸੂਰਜ ਕੀ ਹੈ? ਜਦੋਂ ਸੂਰਜ ਪ੍ਰਕਾਸ਼ ਹੁੰਦਾ, ਦਿਨ ਵੇਲੇ ਚੜ੍ਹਦਾ ਨਾ, ਲਾਲ ਰੰਗ ਦੀ ਟਿੱਕੀ ਹੁੰਦੀ ਹੈ ਸੂਰਜ ਦੀ, ਪਰ ਉਹਨਾਂ ਸੂਰਜ ਦੀਆਂ ਕਿਰਨਾਂ ਵਿੱਚ ਵੀ ਓਨੀ ਤਾਕਤ ਹੁੰਦੀ ਹੈ ਹਨੇਰੇ ਨੂੰ ਦੂਰ ਕਰਨ ਵਾਸਤੇ। ਸੂਰਜ ਚੜ੍ਹਦਾ ਹੀ ਪਿਆ ਤੇ ਹਨੇਰਾ ਖਤਮ ਹੋ ਗਿਆ। ਤੇ ਭਾਵੇਂ ਸੂਰਜ ਹੋਵੇ ਦੁਪਹਿਰ ਦਾ ਤੇ ਭਾਵੇਂ ਹੋਵੇ ਚੜ੍ਹੇ ਹੋਏ ਦਿਨ ਦਾ, ਦਿਨ ਚੜ੍ਹਦਾ ਪਿਆ, ਸੂਰਜ ਨਿਕਲਦਾ ਪਿਆ, ਨਾਲ ਹੀ ਨਾਲ ਹਨੇਰਾ ਖਤਮ ਹੋ ਗਿਆ, ਪ੍ਰਕਾਸ਼ ਹੋ ਗਿਆ। ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਵੇਂ ਚੜ੍ਹਦੇ ਸੂਰਜ ਦੇ ਵਾਂਗ ਸਰੀਰ ਕਰਕੇ ਭਾਵੇਂ ਛੋਟੇ ਨੇ, ਹਲੇ ਅਵਤਾਰ ਲਿਆ ਹੀ ਹੈ, ਪਰ ਬਚਨ ਉਹਨਾਂ ਦੇ ਵੱਡੇ ਨੇ। ਵੱਡਿਆਂ ਗੁਰਾਂ ਦੇ ਵਾਂਗ ਬਚਨ ਉਹਨਾਂ ਦੇ ਪੂਰੇ ਹੋਣ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਮੁਖ ਕਹਿਣ ਲੱਗੇ ਪ੍ਰਕਾਸ਼ਿਤ ਹੋ ਰਿਹਾ ਚੜ੍ਹਦੇ ਸੂਰਜ ਦੇ ਵਾਂਗ। ਤੇ ਸਿੱਖਾਂ ਦੇ ਮੁਖ ਜਿਹੜੇ ਨੇ ਕਮਲ ਫੁੱਲ ਦੇ ਵਾਂਗ, ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ, ਗੁਰੂ ਕੇ ਸਿੱਖ ਗੁਰੂ ਦਾ ਦਿਦਾਰਾ ਕਰਕੇ ਪ੍ਰਸੰਨ ਹੋ ਜਾਂਦੇ ਹਨ। ਹਸ ਹਸ ਪਰੈ ਕਰ ਜੋਰੈ ਭਉ ਧਰੈ, ਔਰ ਆਧਿਕ ਪ੍ਰਸੰਨਤਾ ਉਪਾਵੈ ਸਭ ਕਾਮਨੀ। ਉਹ ਜਿੰਨੀਆਂ ਬੀਬੀਆਂ ਸਨ ਨਾ ਵਿਹੜੇ ਵਿੱਚ ਬੈਠੀਆਂ, ਸਾਰੀਆਂ ਹੱਸ ਹੱਸ ਕੇ ਦੂਰੀਆਂ ਹੋ ਗਈ। ਖੁਸ਼ੀ ਦਾ ਟਿਕਾਣਾ ਕੋਈ ਨਹੀਂ ਰਿਹਾ, ਕਿਉਂਕਿ ਪੁੱਤਰ ਤੇ ਇੱਕ ਮੰਗਣਾ ਸੀ, ਇੱਕ ਹੀ ਮੰਗਿਆ, ਮਿਲੇ 5। ਜਦੋਂ ਏਡੀ ਵੱਡੀ ਦਾਤ ਮਿਲੀ ਤੇ ਉਹ ਬੜੀਆਂ ਖੁਸ਼ ਹੋਈਆਂ, ਬੜੀਆਂ ਹੱਸੀਆਂ, ਹੱਸ ਹੱਸ ਕੇ ਦੂਰੀਆਂ ਹੁੰਦੀਆਂ ਜਾਂਦੀਆਂ। ਨਾਲ ਹੀ ਬਹੁਤ ਜ਼ਿਆਦਾ ਭਾਵਨਾ ਵੀ ਰੱਖਦੀਆਂ ਨੇ, ਸ਼ਰਧਾ ਵੀ ਰੱਖਦੀਆਂ, ਭਰੋਸਾ ਵੀ ਰੱਖਦੀਆਂ, ਔਰ ਦਿਲੋਂ ਸਤਿਕਾਰ ਵੀ ਰੱਖਦੀਆਂ ਨੇ ਵੀ ਇਹਨਾਂ ਦੇ ਕੀਤੇ ਹੋਏ ਬਚਨ ਜ਼ਰੂਰ ਪੂਰੇ ਹੁੰਦੇ ਹਨ। ਜਾਣੈ ਲਗ ਵਾਸ ਮੈਂ ਪ੍ਰਭਾਉ ਹੈ ਵਿਸ਼ੇਸ਼ ਅਤ, ਬਾਰ ਬਾਰ ਬੰਦਨਾ ਕਰਤ ਦੁੱਤ ਦਾਮਨੀ। ਸਤਿਗੁਰੂ ਪਾਤਸ਼ਾਹ ਦੀ ਉਮਰਾਂ ਜ਼ਰੂਰ ਛੋਟੀ ਹੈ, ਉਹ ਜਾਣਦੀਆਂ ਨੇ ਬੀਬੀਆਂ, ਵਿਹੜੇ ਵਿੱਚ ਤਾਂ ਹੀ ਬੈਠੀਆਂ ਨਾ, ਤਾਂ ਹੀ ਉਹਨਾਂ ਨੇ ਆਖਿਆ ਨਾ ਵੀ ਇਹਨਾਂ ਦੇ ਕੋਲੋਂ ਪੁੱਤਰ ਦੀ ਦਾਤ ਦਵਾਓ। ਜਾਣਦੀਆਂ ਸਨ ਵੀ ਭਾਵੇਂ ਉਮਰਾਂ ਛੋਟੀ ਹੈ, ਪਰ ਹੈ ਗੁਰੂ ਪੁੱਤਰ, ਇਹਨਾਂ ਦੇ ਬਚਨ ਨਿਸਫਲ ਨਹੀਂ ਜਾਣਗੇ। ਤੇ ਸਤਿਗੁਰੂ ਪਾਤਸ਼ਾਹ ਦਾ ਪ੍ਰਭਾਵ ਵਿਸ਼ੇਸ਼ ਹੈ, ਸਤਿਕਾਰ ਤੇ ਵੱਡਾ ਹੈ। ਉਮਰਾਂ ਛੋਟੀ ਹੈ, ਸਰੀਰ ਛੋਟਾ ਹੈ, ਪਰ ਪ੍ਰਭਾਵ ਸਭ ਤੋਂ ਵੱਡਾ ਹੈ। ਤੇ ਕਹਿਣ ਲੱਗੇ ਉਹ ਬੀਬੀਆਂ ਸਾਰੀਆਂ ਬਹੁਤ ਜ਼ਿਆਦਾ ਖੁਸ਼ੀ ਦੇ ਸਮੇਤ, ਪ੍ਰਸੰਨਤਾ ਦੇ ਸਮੇਤ ਹਨ। ਇਸ ਤਰ੍ਹਾਂ ਖੁਸ਼ੀ ਹੈ, ਇਸ ਤਰ੍ਹਾਂ ਨੂਰ ਉਹਨਾਂ ਦੇ ਚਿਹਰੇ ਤੇ ਆ ਗਿਆ ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਚਮਕਾਰਾ ਦਿੰਦੀ ਹੈ। ਅਨੇਕ ਪ੍ਰਕਾਰ ਕੀ ਪ੍ਰਸ਼ੰਸਾ ਕੋ ਪ੍ਰਕਾਸ਼ ਕਰ, ਪ੍ਰਮੁਦਾ ਪ੍ਰਮੋਦ ਪਾਏ ਗਾਮਨੀ ਨਿਕੇਤ ਕੋ। ਤਰ੍ਹਾਂ ਦੀ ਇਹਨਾਂ ਦੇ ਪ੍ਰਸ਼ੰਸਾ ਕੀਤੀ, ਵਡਿਆਈ ਕੀਤੀ, ਤੇ ਨਾਲੇ ਕਹਿੰਦੀਆਂ, ਕਹਿਣ ਲੱਗੇ ਮਾਤਾ ਗੁਜਰੀ ਜੀਆਂ ਦੇ ਪੁੱਤਰ ਗੋਬਿੰਦ ਰਾਏ ਨੇ ਪੁੱਤਰਾਂ ਦਾ ਸੌਦਾ ਤੇ ਬੜਾ ਹੀ ਸਸਤਾ ਦੇ ਦਿੱਤਾ। ਇੱਕ ਬੇੜੀ ਮੰਗ ਕੇ ਤੇ 5 ਪੁੱਤਰ, ਕੌਣ ਦਿੰਦਾ ਇਹੋ ਜਿਹਾ ਸੌਦਾ? ਜਿਹੜੇ ਪੁੱਤਰਾਂ ਦੀ ਦਾਤ ਕਿਤੇ ਉਹ ਨਹੀਂ ਮਿਲ ਸਕਦੀ ਹੈ, ਨਾ ਕਿਸੇ ਡਾਕਟਰ ਦੇ ਹੱਥ ਵਿੱਚ, ਨਾ ਕਿਸੇ ਨੀਮ ਹਕੀਮ ਦੇ ਹੱਥ ਵਿੱਚ, ਕਿਸੇ ਦੇ ਹੱਥ ਵਿੱਚ ਨਹੀਂ, ਰੱਬ ਦੀ ਦਾਤ ਹੈ। ਉਹ ਦਾਤ ਜਿਹੜੀ ਕਿਤੇ ਉਹ ਨਹੀਂ ਮਿਲ ਸਕਦੀ, ਉਹ ਵੀ ਇੱਕ ਨਹੀਂ 5 ਪੁੱਤਰਾਂ ਦਾ ਬਚਨ ਦਿੱਤਾ ਹੈ ਕਿ ਬੇੜੀ ਦੇ ਬਦਲੇ, ਕਿਸ਼ਤੀ ਦੇ ਬਦਲੇ। ਕਹਿਣ ਲੱਗੇ ਬੜਾ ਸੌਦਾ ਇਹ ਜਿਹੜਾ ਹੈ ਨਾ ਗੋਬਿੰਦ ਰਾਏ ਜੀ, ਬੜਾ ਸਸਤਾ ਸੌਦਾ ਜਿਹੜਾ ਬਖਸ਼ਿਸ਼ ਕਰਨ ਵਾਲੇ ਹਨ। ਸਗਰੋ ਪ੍ਰਸੰਗ ਕੈ ਆਪਣੇ ਪਧਾਰ ਢਿਗ, ਦੀਜੈ ਜੈ ਨੌਕਾ ਕਰ ਪੂਰਨ ਸੰਕੇਤ ਕੋ। ਉਸ ਵੇਲੇ ਇਹਨਾਂ ਨੇ ਮੱਥਾ ਟੇਕਿਆ, ਜਾਣ ਲੱਗੀਆਂ ਆਖਣ ਲੱਗੀਆਂ ਮਹਾਰਾਜ ਸਿਰਫ 2 ਦਿਨ ਦਾ ਹੀ ਸਮਾਂ ਸਾਨੂੰ ਚਾਹੀਦਾ, 2 ਦਿਨਾਂ ਦੇ ਵਿੱਚ ਬੇੜੀ ਬਣਾ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰਾਂਗੇ। ਆਪ ਜੀ ਨੇ ਬੜੀ ਵੱਡੀ ਸਾਡੇ ਤੇ ਖੁਸ਼ੀ ਕੀਤੀ ਹੈ, ਅਤੇ ਅਸੀਂ ਤੇ ਸੋਚਿਆ ਨਹੀਂ ਸੀ ਵੀ ਤੁਸੀਂ ਐਡੀ ਵੱਡੀ ਦਾਤ ਦਿਓਗੇ। ਤੇ ਸਤਿਗੁਰੂ ਪਾਤਸ਼ਾਹ ਵੱਡੇ ਨੇ ਨਾ, ਵੱਡੀਆਂ ਹੀ ਉਹਨਾਂ ਦੀਆਂ ਦਾਤਾਂ। ਇਹਨਾਂ ਮੱਥਾ ਟੇਕ ਕੇ ਬੇਨਤੀ ਕਰਕੇ ਆਪੋ ਆਪਣੇ ਘਰੇ ਚਲੇ ਗਈਆਂ। ਘਰੇ ਜਾ ਕੇ ਇਹਨਾਂ ਨੇ ਆਪਣੇ ਪਤੀ ਨੂੰ ਆਖਿਆ, ਜਿਹੜਾ ਘਰ ਦਾ ਮੋਹਤਬਾਰ ਸੀ ਨਾ, ਲਾਣੇਦਾਰ, ਉਹਨੂੰ ਜਾ ਕੇ ਆਖਿਆ ਵੀ ਅਸੀਂ ਮਹਾਰਾਜ ਨੂੰ ਬਚਨ ਦੇ ਕੇ ਆਈਆਂ ਹਾਂ ਵੀ 2 ਦਿਨਾਂ ਵਿੱਚ ਬੇੜੀ ਪਹੁੰਚੇਗੀ, ਤੇ ਉਹਨਾਂ ਨੇ ਸਾਨੂੰ 5 ਪੁੱਤਰਾਂ ਦਾ ਵਰ ਦਿੱਤਾ ਹੈ। ਇਸ ਕਰਕੇ ਛੇਤੀ ਨਾਲ ਕਹਿ ਕੇ ਮਿਸਤਰੀ ਨੂੰ ਬੇੜੀ ਤਿਆਰ ਕਰਵਾਓ,
ਤੇ ਨਵੀਂ ਬੇੜੀ ਜਿਹੜੀ ਹੈ ਸਤਿਗੁਰਾਂ ਨੂੰ ਭੇਟ ਕਰਨਾ ਕਰੋ। ਸੁਨ ਕੇ ਪ੍ਰਸੰਨ ਸ਼ਾਹੋ ਕਹੈ ਗੁਰੂ ਧੰਨ ਧੰਨ ਆਇਓ ਉਤਲਾਵਤ ਬਿਲੋਕਿਓ ਸੁਖ ਹੇਤ ਜਦੋਂ ਕੋ। ਸ਼ਾਹੂਕਾਰ ਨੇ ਸੁਣਿਆ ਨਾ ਵੀ ਮੈਨੂੰ ਇੱਕ ਪੁੱਤਰ ਦੀ ਥਾਂ ਤੇ 5 ਪੁੱਤਰਾਂ ਦਾ ਬਚਨ ਹੋਇਆ, ਉਹਨੇ ਉੱਥੇ ਬੈਠਿਆਂ ਹੀ ਆਪਣੀ ਗੱਦੀ ਦੇ ਉੱਪਰ ਆਪਣੇ ਟਿਕਾਣੇ ਦੇ ਜਿੱਥੇ ਵਪਾਰ ਤੇ ਬੈਠਾ ਸੀ ਹੱਥ ਜੋੜੇ ਕਹਿਣ ਲੱਗਾ, ਧੰਨ ਹਨ ਗੋਬਿੰਦ ਰਾਏ ਜੀ, ਧੰਨ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਤੇ ਨਾਲ ਹੀ ਬਚਨ ਇਹ ਕੀਤਾ, ਉਹ ਆਈ ਇੱਥੇ ਇਸੇ ਵਾਸਤੇ ਨੇ ਮੈਨੂੰ ਪੁੱਤਰ ਦੀ ਦਾਤ ਦੇਣ ਵਾਸਤੇ, ਹੋਰ ਉਹਨਾਂ ਦਾ ਪਟਨੇ ਵਿੱਚ ਆਉਣ ਦਾ ਕਾਰਨ ਕੋਈ ਨਹੀਂ ਹੈ। ਜੇ ਪਟਨੇ ਦੀ ਧਰਤੀ ਤੇ ਆਏ ਨੇ ਤੇ ਮੈਨੂੰ ਪੁੱਤਰ ਦੇਣ ਵਾਸਤੇ ਆਏ। ਇੰਨੀ ਗੱਲ ਕਹਿ ਕੇ ਮੂੰਹੋਂ ਧੰਨ ਧੰਨ ਕਹਿ ਕੇ ਚੱਲ ਪਿਆ ਜਿੱਥੇ ਸਤਿਗੁਰੂ ਬੈਠੇ ਨੇ ਨਮਸਕਾਰ ਕਰਨ ਵਾਸਤੇ। ਸੁੰਦਰ ਬਰਨ ਕੀ ਹੈ ਕਾਰਨ ਤਰਨ ਆਪ ਤਰਨੀ ਸੋਲੇ ਹੋ ਦੇਤ ਸਦਾ ਭਵ ਸੇਤ ਕੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਆ ਕੇ ਬੇਨਤੀ ਕਰਦਾ ਹੈ, ਮਹਾਰਾਜ ਜੀਓ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਜਹਾਜ਼ ਬਖਸ਼ਿਸ਼ ਕਰਨ ਵਾਲੇ ਹੋ। ਇੱਕ ਬੇੜੀ ਦੀ ਮੰਗ ਕੀਤੀ ਹੈ, ਬੇੜੀ ਇੱਕ ਮੰਗੀ ਹੈ ਸਾਡੇ ਕੋਲੋਂ, ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ, ਮੈਂ ਤੁਹਾਨੂੰ ਨਵੀਂ ਬੇੜੀ ਬਣਾ ਕੇ ਮਹਾਰਾਜ ਭੇਟ ਕਰਦਾ, ਤੁਸੀਂ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹੋ। ਦੋਹਰਾ ਨਮੋ ਠਾਨ ਨਵਕਾ ਦਈ ਸ਼ਾਹੋ ਗਇਓ ਹਰਖਾਏ। ਇਸ ਤਰ੍ਹਾਂ ਬੇੜੀ ਤਿਆਰ ਕਰਵਾ ਕੇ ਸ਼ਾਹੂਕਾਰ ਸਤਿਗੁਰਾਂ ਦੇ ਕੋਲ ਲੈ ਕੇ ਆਇਆ, ਬੇਨਤੀ ਕੀਤੀ ਮਹਾਰਾਜ ਆ ਬੇੜੀ ਤੁਹਾਡੀ ਹੈ, ਆਪ ਜੀ ਕਿਰਪਾ ਕਰਕੇ ਅੰਗੀਕਾਰ ਕਰੋ। ਤੇ ਸਤਿਗੁਰੂ ਆਪਣੀ ਨਵੀਂ ਬੇੜੀ ਵੇਖ ਕੇ ਬੜੇ ਖੁਸ਼ ਹੋਏ, ਸ਼ਾਹੂਕਾਰ ਦੇ ਉੱਪਰ ਖੁਸ਼ੀਆਂ ਕੀਤੀਆਂ ਤੇ ਸ਼ਾਹੂਕਾਰ ਮੱਥਾ ਟੇਕ ਕੇ ਆਪਣੇ ਘਰ ਨੂੰ ਚਲਾ ਗਿਆ ਹੈ। ਸਮੈ ਪਾਏ ਤਿਸ ਕੈ ਸਦਨ ਪੁੱਤਰ ਭਏ ਸੁਖਦਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਜਿਹੜਾ ਬਚਨ ਮਹਾਰਾਜ ਨੇ ਆਖਿਆ ਨਾ ਵੀ 5 ਪੁੱਤਰ ਹੋਣਗੇ, ਤੇ ਕੁਝ ਸਮੇਂ ਬਾਅਦ ਉਸ ਇਸਤਰੀ ਦੇ ਘਰ ਦੇ ਵਿੱਚ, ਉਸ ਸ਼ਾਹੂਕਾਰ ਦੇ ਘਰ ਦੇ ਵਿੱਚ 5 ਪੁੱਤਰਾਂ ਦੀ ਦਾਤ ਪ੍ਰਾਪਤ ਹੋਈ। ਸਤਿਗੁਰਾਂ ਦਾ ਬਚਨ ਝੂਠਾ ਨਹੀਂ ਹੈ, ਸਤਿਗੁਰਾਂ ਦਾ ਬਚਨ ਨਿਸਫਲ ਨਹੀਂ ਜਾਂਦਾ, ਜਿਹੜਾ ਬਚਨ ਕਰਦੇ ਉਹ ਪੂਰਾ ਹੁੰਦਾ, ਤਤ ਛਿਣ ਪੂਰਾ ਹੁੰਦਾ। ਤੇ ਸਤਿਗੁਰੂ ਗੋਬਿੰਦ ਰਾਏ ਮਹਾਰਾਜ ਜੀ ਬਚਨ ਕਰਨ ਤੇ ਪੂਰਾ ਨਾ ਹੋਏ ਕਿਵੇਂ ਹੋ ਸਕਦਾ ਹੈ। ਤੇ ਕਹਿਣ ਲੱਗੇ ਸਮਾਂ ਪਾ ਕੇ, ਅਸੀਂ ਇਤਿਹਾਸ ਵਿੱਚ ਪੜ੍ਹਿਆ, ਗ੍ਰੰਥਾਂ ਵਿੱਚ ਪੜ੍ਹਿਆ ਵੀ ਉਸ ਮਾਤਾ ਦੇ ਘਰ, ਉਸ ਬੀਬੀ ਦੇ ਘਰ ਦੇ ਵਿੱਚ 5 ਪੁੱਤਰ ਪ੍ਰਾਪਤ ਹੋਏ ਹਨ। ਚੌਬਈ ਇਮ ਸ਼੍ਰੀ ਗੁਰ ਕੋ ਸੁਝ ਸੋ ਪਰ। ਇਸ ਤਰ੍ਹਾਂ ਮਹਾਰਾਜ ਜੀਆਂ ਦਾ ਵੱਡਾ ਜਸ ਹੈ ਭਾਈ, ਕਹਿ ਨਹੀਂ ਸਕਦੇ, ਦੱਸ ਨਹੀਂ ਸਕਦੇ। ਸਾਡੇ ਕੋਲ ਓਨੀਆਂ ਜ਼ੁਬਾਨਾਂ ਨਹੀਂ, ਸਾਡੇ ਕੋਲ ਓਨੀ ਬੁੱਧੀ ਨਹੀਂ ਹੈ, ਸਾਡੇ ਕੋਲ ਓਨੇ ਗ੍ਰੰਥ ਨਹੀਂ, ਸਾਡੇ ਕੋਲ ਓਨਾ ਗਿਆਨ ਨਹੀਂ ਕਿ ਉਸ ਗੁਰੂ ਦੇ ਵਰਣਨ ਗੁਣ ਜਿਹੜੇ ਨੇ ਕਰਕੇ ਤੁਹਾਨੂੰ ਦੱਸ ਸਕੀਏ। ਕਹਿਤ ਸੁਨਤ ਪੁਰਬੋਂ ਬਿਸਤਰ। ਇਹ ਜਿਹੜੇ ਗੁਣ ਸਨ ਨਾ ਬਖਸ਼ਿਸ਼ਾਂ, ਉਹਨਾਂ ਬੀਬੀਆਂ ਨੇ ਸਾਰੇ ਪਿੰਡ ਵਿੱਚ ਹੀ ਰੌਲਾ ਪਾਤਾ। ਪਟਨੇ ਦੇ ਵਿੱਚ ਜਾ ਕੇ, ਸ਼ਹਿਰ ਵਿੱਚ ਜਿੱਥੇ ਜਿੱਥੇ ਉਹਨਾਂ ਦੀ ਰਿਸ਼ਤੇਦਾਰੀ ਹੈ, ਜਾਣ ਪਛਾਣ ਹੈ, ਉੱਥੇ ਉੱਥੇ ਜਾ ਕੇ ਦੱਸਿਆ ਵੀ ਇੱਕ ਬੇੜੀ ਦੇ ਬਦਲੇ ਸਾਨੂੰ 5 ਪੁੱਤਰ ਪ੍ਰਾਪਤ ਹੋਏ। ਤੇ ਸਤਿਗੁਰਾਂ ਦੀ ਮਹਿਮਾ ਪੂਰੇ ਸ਼ਹਿਰ ਵਿੱਚ ਫੈਲ ਗਈ ਹੈ। ਸਿੱਖ ਅਨੇਕ ਹੋਏ ਮਨ ਨੀਵੇਂ। ਤੇ ਇਸ ਤਰ੍ਹਾਂ ਹੋਰ ਵੀ ਕਈ ਵੇਖ ਕੇ ਸਿੱਖ ਬਣ ਗਿਆ, ਗੁਰੂ ਘਰ ਦੇ ਸ਼ਰਧਾਲੂ ਬਣ ਗਏ ਨੀਵੇਂ ਮਨ ਕਰਕੇ। ਕਰੈ ਕਾਮਨਾ ਪੂਰਨ ਥੀਵੇ। ਤੇ ਜਿਹੜਾ ਨੀਵਾਂ ਮਨ ਕਰਕੇ ਗੁਰੂ ਦੇ ਕੋਲ ਆਉਂਦਾ, ਭਾਵਨਾ ਲੈ ਕੇ, ਸਤਿਗੁਰੂ ਉਹਦੀਆਂ ਭਾਵਨਾਵਾਂ ਪੂਰੀਆਂ ਕਰਦੇ ਹਨ। ਨਿਤ ਸਤਿਗੁਰ ਸੁਰਸਰ ਕੇ ਮਾਹੀ। ਸਤਿਗੁਰੂ ਪਾਤਸ਼ਾਹ ਜੀ ਰੋਜ਼ ਹੀ ਜਾਂਦੇ, ਹੁਣ ਤੇ ਬੇੜੀ ਆਪਣੀ ਆ ਗਈ ਹੈ, ਕਿਸ਼ਤੀ ਆਪਣੀ ਹੈ, ਰੋਜ਼ ਜਾਂਦੇ ਗੰਗਾ ਦੇ ਵਿੱਚ ਆਪਣੀ ਕਿਸ਼ਤੀ ਲੈ ਕੇ, ਉੱਥੇ ਸੈਰ ਕਰਨ ਵਾਸਤੇ, ਟਹਿਲਣ ਵਾਸਤੇ। ਚੜ ਨਵਕਾ ਪਰ ਕ੍ਰੀੜੈ ਤਾਹੀ। ਸਤਿਗੁਰੂ ਪਾਤਸ਼ਾਹ ਜੀ ਬੇੜੀ ਦੇ ਉੱਪਰ ਚੜ ਜਾਂਦੇ, ਇੱਕ ਮਲਾਹ ਨੂੰ ਰੱਖ ਲਿਆ ਨੌਕਰੀ ਦੇ, ਕਹਿਣ ਲੱਗੇ ਸਾਡੀ ਬੇੜੀ ਵੀ ਸਾਡੀ ਪੱਕੀ ਹੈ ਤੇ ਨੌਕਰ ਵੀ ਸਾਡਾ ਤੂੰ ਪੱਕਾ ਹੀ ਹੈ, ਇਹ ਪੱਕੀ ਬੇੜੀ ਤੂੰ ਹੀ ਚਲਾਉਣੀ ਹੈ। ਤੇ ਜਦੋਂ ਮਲਾਹ ਨੂੰ ਆਵਾਜ਼ ਮਾਰ ਲੈਂਦੇ, ਜਦੋਂ ਜਾਣਾ ਹੁੰਦਾ ਤੇ ਮਹਾਰਾਜ ਰੋਜ਼ ਉਸ ਬੇੜੀ ਤੇ ਚੜ ਕੇ ਗੰਗਾ ਦੇ ਵਿੱਚ ਕਈ ਤਰ੍ਹਾਂ ਦੀਆਂ ਕ੍ਰੀੜਾ ਕਰਦੇ, ਕਈ ਤਰ੍ਹਾਂ ਦੇ ਕੌਤਕ ਕਰਦੇ ਹਨ। ਜਲ ਗੰਭੀਰ ਮੈਂ ਮਹਾ ਪਰਮਾਵੈ। ਸਤਿਗੁਰੂ ਪਾਤਸ਼ਾਹ ਜੀ ਮਲਾਹ ਨੂੰ ਕਹਿੰਦੇ ਵੀ ਇਸ ਨੂੰ ਡੂੰਘੇ ਪਾਣੀ ਵਿੱਚ ਲੈ ਕੇ ਜਾ, ਜਿੱਥੇ ਪਾਣੀ ਤੇਜ਼ ਚੱਲਦਾ ਨਾ ਵਿਚਕਾਰ, ਉੱਥੇ ਇਸ ਬੇੜੀ ਨੂੰ ਲਿਜਾ ਕੇ ਤੇ ਫਿਰ ਚਲਾਉਣਾ ਕਰ। ਇਤ ਤੇ ਉਤ ਤੇ ਤੇ ਆਵੈ। ਇਧਰੋਂ ਇਸ ਕਿਨਾਰੇ ਤੋਂ, ਜਿਸ ਕਿਨਾਰੇ ਤੇ ਪਟਨਾ ਸਾਹਿਬ ਸ਼ਹਿਰ ਹੈ, ਇਸ ਕਿਨਾਰੇ ਤੋਂ ਬੈਠ ਕੇ ਬੇੜੀ ਤੇ ਦੂਜੇ ਕਿਨਾਰੇ ਚਲੇ ਜਾਂਦੇ, ਦੂਜੇ ਕਿਨਾਰੇ ਕੁਝ ਸਮਾਂ ਖੇਡਦੇ, ਫਿਰ ਉੱਥੋਂ ਬੈਠ ਕੇ ਵਾਪਸ ਇਸੇ ਕਿਨਾਰੇ ਤੇ ਆ ਜਾਂਦੇ। ਵਾਰ-ਵਾਰ ਕਦੇ ਇਧਰੋਂ ਉਧਰ ਤੇ ਉਧਰੋਂ ਇਸ ਪਾਸੇ ਨੂੰ ਆਉਂਦੇ ਹਨ। ਸ਼ਾਹੁਨ ਕੇ ਸਪੂਤ ਗਨ ਸੰਗਾ। ਤੇ ਸਤਿਗੁਰਾਂ ਦੇ ਨਾਲ ਸ਼ਾਹੂਕਾਰਾਂ ਦੇ ਹੋਰ ਕਈ ਲੋਕਾਂ ਦੇ ਬੱਚੇ ਜਿਹੜੇ ਨਾਲ ਖੇਡਦੇ ਹਨ। ਖੇਲਾਂ ਬਿਕਸਾਂ ਅਦਕ ਉਮੰਗ। ਸਤਿਗੁਰੂ ਪਾਤਸ਼ਾਹ ਜੀ ਖੇਡਦੇ ਨੇ, ਖੁਸ਼ ਹੁੰਦੇ, ਬੜੇ ਚਾਅ ਦੇ ਨਾਲ ਇਹ ਕੌਤਕ ਕਰਦੇ ਹਨ। ਜਲ ਕ੍ਰੀੜਾ ਕੋ ਕਰੈ ਵਿਸਾਲਾ। ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਪਟਨਾ ਸਾਹਿਬ ਦੀ ਧਰਤੀ ਤੇ ਗੋਬਿੰਦ ਰਾਏ ਜੀ ਪਾਣੀ ਦੇ ਵਿੱਚ ਕਈ ਤਰ੍ਹਾਂ ਦੀਆਂ ਕ੍ਰੀੜਾ ਕਰਦੇ, ਕਈ ਤਰ੍ਹਾਂ ਦੇ ਕੌਤਕ ਖੇਡਾਂ ਕਰਦੇ ਹਨ। ਲਗ ਸਰੂਪ ਸਤਿਗੁਰੂ ਕਿਰਪਾਲਾ। ਸਤਿਗੁਰਾਂ ਦਾ ਸਰੂਪ ਤੇ ਭਾਈ ਛੋਟਾ ਹੀ ਹੈ, ਸਰੀਰ ਤੇ ਹਾਲੇ ਛੋਟਾ ਹੀ ਹੈ, ਕੁਝ ਮਹੀਨਿਆਂ ਦਾ, ਕੁਝ ਸਾਲਾਂ ਦਾ ਹੀ ਹੈ, ਪਰ ਪਾਤਸ਼ਾਹ ਮਹਾਰਾਜ ਜੀ ਕਿਰਪਾਲੂ ਵੱਡੇ ਨੇ। ਸਰੀਰ ਛੋਟਾ ਹੈ, ਕਿਰਪਾ ਵੱਡੀ ਹੈ, ਜਿਹਦੇ ਤੇ ਕਰਦੇ ਨੇ
ਬੇਅੰਤ ਭੰਡਾਰੇ ਬਖਸ਼ਿਸ਼ ਕਰਦੇ ਹਨ। ਕਿਤਕ ਦਿਵਸ ਇਸ ਭਾਂਤ ਬਿਤਾਏ, ਇਸ ਤਰ੍ਹਾਂ ਕਈ ਦਿਨ ਮਹਾਰਾਜ ਨੂੰ, ਕਈ ਮਹੀਨੇ ਪਟਨਾ ਸਾਹਿਬ ਵਿੱਚ ਰਹਿੰਦਿਆਂ, ਆਪਣੇ ਘਰ ਦੇ ਵਿੱਚ ਰਹਿੰਦਿਆਂ ਬਤੀਤ ਕੀਤੇ ਹਨ। ਔਰ ਪਟਣੇ ਮੈਂ ਜਸ ਉਪਜਾਏ, ਤੇ ਸਤਿਗੁਰਾਂ ਦਾ ਜਸ ਜਿਹੜਾ ਪਟਨਾ ਸਾਹਿਬ ਦੀ ਧਰਤੀ ਤੇ ਹੋ ਰਿਹਾ। ਸੋ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਿਓ। ਕੱਲਾ ਜਨਮ ਹੀ ਨਹੀਂ ਲਿਆ ਪਟਨੇ ਦੇ ਵਿੱਚ, ਕੱਲਾ ਅਵਤਾਰ ਨਹੀਂ ਲਿਆ, ਆਪਣੇ ਬਚਪਨ ਦੀਆਂ ਸਾਰੀਆਂ ਖੇਡਾਂ ਵੀ ਮਹਾਰਾਜ ਨੇ ਉੱਥੇ ਹੀ ਖੇਡੀਆਂ, ਉੱਥੇ ਹੀ ਸਾਰੇ ਕੌਤਕ ਕੀਤੇ। ਇਸ ਤਰ੍ਹਾਂ ਪਟਨਾ ਸਾਹਿਬ ਦੀ ਧਰਤੀ ਨੂੰ ਨਵਾਜਿਆ। ਅੱਜ ਵੀ ਗੰਗਾ ਦੇ ਘਾਟ ਤੇ ਸੋ ਉਹ ਗੁਰਦੁਆਰਾ ਸਾਹਿਬ ਬਾਲ ਲੀਲਾ ਜਿਸ ਨੂੰ ਕਿਹਾ ਜਾਂਦਾ ਬਣਿਆ ਹੋਇਆ, ਜਿੱਥੇ ਮਹਾਰਾਜ ਕੌਤਕ ਕਰਦੇ ਸਨ ਸਤਿਗੁਰਾਂ ਦੀ ਯਾਦ ਵਿੱਚ, ਉਹ ਸਥਾਨ ਸ਼ੋਭਾ ਪਾ ਰਿਹਾ। ਉੱਥੇ ਕਈ ਕੌਤਕ ਮਹਾਰਾਜ ਨੇ ਕੀਤੇ ਨੇ। ਉਹ ਜਿਵੇਂ ਜਿਵੇਂ ਅੱਗੇ ਪ੍ਰਸੰਗ ਚੱਲਦਾ, ਉਹਨਾਂ ਕੌਤਕਾਂ ਨੂੰ, ਉਹਨਾਂ ਬਖਸ਼ਿਸ਼ਾਂ ਨੂੰ ਆਪਾਂ ਅੱਗੇ ਅੱਗੇ ਸਰਵਣ ਕਰਦੇ ਹਾਂ। ਦਾਸ ਭਾਵਨਾ ਕਰੈ ਅਨੇਕ, ਤੇ ਇਸ ਸ਼ਹਿਰ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਸੇਵਕ ਨੇ, ਸੰਗਤਾਂ ਨੇ, ਸਿੱਖ ਨੇ, ਬੜੀ ਭਾਵਨਾ, ਬੜੀ ਸ਼ਰਧਾ ਸਤਿਗੁਰਾਂ ਦੇ ਉੱਪਰ ਰੱਖਦੇ ਹਨ। ਮੈਂ ਸਤਿਗੁਰ ਜਲਦ ਤੇ ਵਿਵੇਕ, ਸਤਿਗੁਰੂ ਪਾਤਸ਼ਾਹ ਗਿਆਨ ਦੇ ਸਮੁੰਦਰ ਨੇ ਭਾਈ। ਜਿਹੜਾ ਭਾਵਨਾ ਲੈ ਕੇ ਆਉਂਦਾ, ਫਿਰ ਇਹ ਥੋੜ੍ਹੀ ਹੈ ਕੋਈ ਭਾਵਨਾ ਲੈ ਕੇ ਆਇਆ ਤੇ ਉਹਦੀ ਮਨ ਦੀ ਮੁਰਾਦ ਨਹੀਂ ਪੂਰੀ ਹੋਵੇਗੀ। ਇਸ ਤਰ੍ਹਾਂ ਤੇ ਹੋ ਹੀ ਨਹੀਂ ਨਾ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਦਿਆਲੂ ਨੇ, ਕਿਰਪਾਲੂ ਨੇ, ਜਿਹੜਾ ਵੀ ਕੋਈ ਭਾਵਨਾ ਲੈ ਕੇ ਆਉਂਦਾ, ਇਹ ਉਦੋਂ ਦੀ ਗੱਲ ਨਹੀਂ ਹੈ, ਅੱਜ ਵੀ ਇਸੇ ਤਰ੍ਹਾਂ ਹੀ ਹੈ। ਜਿਵੇਂ ਦੀ ਕੋਈ ਭਾਵਨਾ ਲੈ ਕੇ ਆਉਂਦਾ, ਉਹ ਦਾਤ ਮਹਾਰਾਜ ਜੀ ਆਪਣੇ ਕੋਲੋਂ ਬਖਸ਼ਿਸ਼ ਕਰਦੇ ਹਨ। ਦੋਹਰਾ ਬਾਲਕ ਬੈ ਮੈਂ ਬਰ ਬਹੁਤ ਦੀਨੇ, ਗੁਰੂ ਕਿਰਪਾਲ। ਸਤਿਗੁਰੂ ਪਾਤਸ਼ਾਹ ਜੀ ਹੈਣ ਤੇ ਭਾਈ ਛੋਟੀ ਉਮਰ ਦੇ ਵਿੱਚ ਭੋਲਾ ਸੁਭਾਅ, ਬੱਚਿਆਂ ਵਾਲਾ ਸੁਭਾਅ ਹੈ, ਪਰ ਵਰ ਮਹਾਰਾਜ ਜੀਆਂ ਨੇ ਬੜੇ ਵੱਡੇ, ਬਖਸ਼ਿਸ਼ਾਂ ਬੜੀਆਂ ਵੱਡੀਆਂ। ਜਿਹੜਾ ਵੀ ਕੋਈ ਆਉਂਦਾ ਨਾ, ਉਹਨੂੰ ਖਾਲੀ ਨਹੀਂ ਜਾਣ ਦਿੰਦੇ। ਇਹ ਤੇ ਆਪਾਂ ਇੱਕੋ ਪ੍ਰਸੰਗ ਹੀ ਸਰਵਣ ਕੀਤਾ ਵੀ 5 ਪੁੱਤਰ ਦਿੱਤੇ। ਇਸ ਤਰ੍ਹਾਂ ਦੀਆਂ ਕਈ ਸਾਖੀਆਂ ਮਹਾਰਾਜ ਨੇ ਉੱਥੇ ਵਰਤਾਈਆਂ, ਕਈਆਂ ਨੂੰ ਬਖਸ਼ਿਸ਼ਾਂ ਦੇ ਨਾਲ ਨਿਹਾਲ ਕੀਤਾ ਹੈ। ਮਨ ਬੰਸ਼ਤ ਕੋ ਲਹਿਤ ਹੈ ਜੋ ਸ਼ਰਧਾਲੂ ਵਿਸਾਲ, ਜਿਹਦੇ ਵਿੱਚ ਸ਼ਰਧਾ ਜ਼ਿਆਦੀ ਹੈ ਨਾ, ਭਾਵਨਾ ਜ਼ਿਆਦੀ ਹੈ, ਉਹਨੂੰ ਫਲ ਵੀ ਉਨਾ ਹੀ ਵੱਡਾ ਮਿਲਦਾ। ਜਿਹਦੇ ਵਿੱਚ ਸ਼ਰਧਾ ਘੱਟ ਹੈ, ਭਾਵਨਾ ਘੱਟ ਹੈ, ਉਹ ਘੱਟ ਫਲ ਦੀ ਪ੍ਰਾਪਤੀ ਕਰਦਾ ਹੈ। ਇਹ ਉਸ ਵੇਲੇ ਵੀ ਤੇ ਅੱਜ ਵੀ, ਜਿਵੇਂ ਦੀ ਕੋਈ ਭਾਵਨਾ ਲੈ ਕੇ ਆਉਂਦਾ, ਜਿਵੇਂ ਦੀ ਕੋਈ ਸ਼ਰਧਾ ਲੈ ਕੇ ਆਉਂਦਾ, ਗੁਰੂ ਪਾਤਸ਼ਾਹ ਦੇ ਕੋਲੋਂ ਉਸੇ ਤਰ੍ਹਾਂ ਦਾ ਫਲ ਆਪਣੀ ਝੋਲੀ ਵਿੱਚ ਪਵਾ ਲੈਂਦਾ। ਧੰਨ ਗੁਰੂ ਅੰਗਦ ਸਾਹਿਬ ਦੇ ਕੋਲ ਇੱਕ ਸਿੱਖ ਆ ਕੇ ਰਹਿਣ ਲੱਗ ਪਿਆ, ਕੰਮ ਕੋਈ ਨਹੀਂ ਕਰਦਾ। ਤੇ ਪੁੱਛਿਆ ਮਹਾਰਾਜ ਨੇ, ਕਹਿੰਦੇ ਕੰਮ ਨਹੀਂ ਕਰਦਾ। ਕਹਿੰਦਾ ਮਹਾਰਾਜ ਕਈ ਸਿੱਖ ਆਏ ਮੈਨੂੰ ਕੰਮ ਲਾਉਣ ਵਾਸਤੇ, ਮੈਂ ਕਿਸੇ ਦੀ ਕਿਉਂ ਮੰਨਾਂ? ਕਿਉਂਕਿ ਗੁਰੂ ਦਾ ਘਰ ਹੈ, ਸਿੱਖਾਂ ਦਾ ਥੋੜ੍ਹੀ ਹੈ। ਸਿੱਖ ਕੋਈ ਮਾਲਕ ਥੋੜ੍ਹੀ ਹੈ ਵੀ ਮੈਨੂੰ ਕੰਮ ਲਾ ਦੇਣ, ਮੈਂ ਨਹੀਂ ਕਿਸੇ ਦੇ ਆਖੇ ਕੰਮ ਲੱਗਣਾ। ਤੇ ਮਹਾਰਾਜ ਕਹਿੰਦੇ ਫਿਰ ਕੀ ਕਰਨਾ? ਕਹਿੰਦਾ ਜੀ ਜੋ ਤੁਸੀਂ ਕੰਮ ਕਹੋਗੇ ਮੈਂ ਉਹ ਕਰਾਂਗਾ, ਕਿਉਂਕਿ ਤੁਸੀਂ ਹੋ ਨਾ ਮਾਲਕ ਇੱਥੋਂ ਦੇ, ਤੇ ਤੁਹਾਡਾ ਮੈਂ ਸਿੱਖ ਹਾਂ। ਤੁਸੀਂ ਕੰਮ ਕਹੋ ਤੇ ਫਿਰ ਕਰਾਂਗਾ, ਪਰ ਜੇ ਤੁਸੀਂ ਆਖੋ ਨਾ ਵੀ ਤੁਹਾਡੇ ਸਿੱਖਾਂ ਦੇ ਆਖੇ ਲਾ ਕੇ ਮੈਂ ਨਹੀਂ ਕਰਾਂਗਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਸਾਡੇ ਆਖੇ ਕੰਮ ਕਰਨਾ ਤੇ ਫਿਰ ਇਸ ਤਰ੍ਹਾਂ ਕਰ, ਲੱਕੜਾਂ ਤਿਆਰ ਕਰਕੇ ਤੇ ਉੱਪਰ ਬੈਠ ਜਾ ਤੇ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਦੇ। ਇਹ ਸਾਡਾ ਬਚਨ ਹੈ। ਜੇ ਸਾਡਾ ਹੀ ਬਚਨ ਹੀ ਮੰਨਣਾ ਨਾ, ਤੇ ਫਿਰ ਇਹ ਬਚਨ ਮੰਨ ਵੀ ਚਿਖਾ ਦੇ ਉੱਪਰ ਆਪਣੇ ਆਪ ਨੂੰ ਚੜ੍ਹਾ ਕੇ ਤੇ ਅੱਗ ਲਾ ਕੇ ਸੜ ਜਾ। ਤੇ ਬਚਨ ਤੈਨੂੰ ਅਸੀਂ ਦਿੰਦੇ ਹਾਂ ਵੀ ਤੈਨੂੰ ਅੱਗ ਦੇ ਸੇਕ ਦਾ ਦੁੱਖ ਨਹੀਂ ਹੋਣ ਦੇਵਾਂਗੇ, ਤੇ ਤੈਨੂੰ ਜਮ ਨਹੀਂ ਵੇਖਣੇ ਪੈਣਗੇ, ਮੁਕਤੀ ਤੈਨੂੰ ਨਾਲ ਹੀ ਮਿਲੇਗੀ। ਹੁਣ ਕੀ ਕਵੇ? ਪਹਿਲਾਂ ਤੇ ਕਹਿ ਬੈਠਾ ਵੀ ਜੋ ਕਹੋਗੇ ਕਰਾਂਗਾ। ਤੇ ਚੱਲ ਪਿਆ ਬਾਹਰ ਨੂੰ, ਕਹਿੰਦਾ ਠੀਕ ਹੈ ਮਹਾਰਾਜ। ਫਿਰ ਜੰਗਲ ਵਿੱਚ ਜਾਂਦਾ, ਲੱਕੜਾਂ ਉੱਥੋਂ ਤਿਆਰ ਕਰਾਂਗਾ, ਉੱਥੇ ਹੀ ਸੜ ਮਰ ਜਾਵਾਂਗਾ। ਚਲਾ ਗਿਆ ਜੰਗਲ ਵਿੱਚ, ਲੱਕੜਾਂ ਇਕੱਠੀਆਂ ਕੀਤੀਆਂ। ਪਹਿਲਾਂ ਤੇ ਮਾੜਾ ਮਾੜਾ ਮਨ ਮੰਨਦਾ ਵੀ ਚਲੋ